हेलो स्टूडेंट्स। ਅੱਜ ਆਪਾਂ ਕੁਝ ਹੋਰ ਅੱਗੇ ਟੌਪਿਕ ਕਰਾਂਗੇ। ਆਪਾਂ ਨੇ ਕੁਝ ਪ੍ਰੋਗਰਾਮ ਬਣਾ ਕੇ ਦੇਖਣੇ ਨੇ ਹੁਣ। ਪਹਿਲਾਂ ਕੁਝ ਮੈਂ ਤੁਹਾਨੂੰ ਇਨਸਟਰਕਸ਼ਨਸ ਦੱਸ ਦਿੰਦਾ ਕੀ ਕੁਝ ਕਰਨਾ ਆਪਾਂ ਨੇ। ਜਿਵੇਂ ਆਪਾਂ ਲਾਸਟ ਟਾਈਮ ਕੀਤਾ ਸੀ ਕਿ ਪ੍ਰਿੰਟ ਐਫ ਕਰਨ ਨਾਲ ਕੀ ਹੁੰਦਾ ਸੀ ਆਪਣਾ ਕੁਝ ਵੀ ਆਪਾਂ ਨੇ ਸਕਰੀਨ ਦੇ ਉੱਪਰ ਸ਼ੋ ਕਰ ਸਕਦੇ ਸੀਗੇ। ਠੀਕ ਹੈ, ਤਾਂ ਸਕਰੀਨ ਦੇ ਉੱਪਰ ਸ਼ੋ ਕਰਨ ਲਈ ਆਪਾਂ ਨੂੰ ਪ੍ਰਿੰਟ ਐਫ ਯੂਜ਼ ਕਰਨ ਦੇ ਬਦਲ ਦੋ ਚੀਜ਼ਾਂ ਲਈ ਪ੍ਰਿੰਟ ਐਫ ਯੂਜ਼ ਕਰ ਸਕਦੇ ਹਾਂ। ਜਾਂ ਤਾਂ ਆਪਾਂ ਨੇ ਕੁਝ ਵੀ ਸਕਰੀਨ ਦੇ ਉੱਪਰ ਸ਼ੋ ਕਰਨਾ ਐਜ਼ ਇਟ ਇਜ਼, ਉਹ ਉੱਥੇ ਲਿਖ ਦਾਂਗੇ ਆਪਾਂ। ਮੈਂ ਤੁਹਾਨੂੰ ਪ੍ਰੋਗਰਾਮ ਦੇ ਥਰੂ ਕਰਕੇ ਦਿਖਾ ਦਿੰਦਾ। ਆਪਾਂ ਨੂੰ ਪਤਾ ਆਪਾਂ ਗੈਟ ਸੀ ਐਚ ਤੱਕ ਤੇ ਕਰਲੀ ਬ੍ਰੈਕਟ ਬੰਦ ਤੱਕ ਲਿਖਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ, ਵਾਇਡ ਮੇਨ ਦੇ ਵਿੱਚ। ਉੱਪਰ ਆਪਾਂ ਲਿਖਾਂਗੇ stdi.h ਤੇ conny.h। ਤੇ ਇੰਨਾ ਤਾਂ ਪ੍ਰੋਗਰਾਮ ਬਣਾਉਣ ਲਈ ਆਪਾਂ ਆਹ ਲਾਈਨਸ ਤਾਂ ਲਿਖਦੇ ਹੀ ਆ, ਇੰਸਟਰਕਸ਼ਨ ਸਾਰੀਆਂ ਜਿਹੜੀਆਂ ਦਿਖ ਰਹੀਆਂ ਨੇ ਆਪਾਂ ਨੂੰ ਇੱਥੇ, ਆ ਸਾਰੀਆਂ ਇੰਸਟਰਕਸ਼ਨਸ ਆਪਾਂ ਲਿਖਦੇ ਆ। ਉਹ ਤੋਂ ਬਾਅਦ ਹੁਣ ਜਿਹੜੀਆਂ ਮੇਨ ਇੰਸਟਰਕਸ਼ਨ ਨੇ ਜਿਹੜੀਆਂ ਕੰਮ ਕਰਨਗੀਆਂ ਅਸਲ ਦੇ ਵਿੱਚ, ਉਹ ਇੱਥੇ ਲਿਖਾਂਗੇ ਆਪਾਂ ਆਹ ਕਰਲੀ ਬ੍ਰੈਕਟ ਤੋਂ ਬਾਅਦ, ਵਾਇਡ ਮੇਨ ਦੀ ਆਹ ਕਰਲੀ ਬ੍ਰੈਕਟ ਤੋਂ ਬਾਅਦ। ਤਾਂ ਹੁਣ ਇੱਥੇ ਆਪਾਂ ਲਾਸਟ ਟਾਈਮ ਦੇਖਿਆ ਸੀ ਪ੍ਰਿੰਟਐਫ ਜਿੱਥੇ ਲਿਖਦੇ ਸੀ, ਪ੍ਰਿੰਟਐਫ ਕਦ ਲਈ ਕਰਦੇ ਸੀ ਆਪਾਂ ਯੂਜ਼, ਕਿ ਆਪਾਂ ਇਹਨੂੰ ਰਨ ਕਰੀਏ ਤਾਂ ਸਕਰੀਨ ਦੇ ਉੱਪਰ ਜੋ ਆਹ ਡਬਲ ਕੋਟਸ ਦੇ ਵਿੱਚ, ਆ ਡਬਲ ਕੋਟਸ ਯਾਨੀ ਇਨਵਰਟਡ ਕੋਮੇ ਨੇ, ਡਬਲ ਕੋਮੇ, ਇਹਨਾਂ ਦੇ ਵਿੱਚ ਜੋ ਵੀ ਲਿਖਿਆ ਹੋਊਗਾ ਐਜ਼ ਇਟ ਇਜ਼ ਸ਼ੋ ਹੋ ਜਾਊਗਾ। ਜਿਵੇਂ ਮੈਂ ਲਿਖਦਾ ਦੇਸ਼ ਭਗਤ ਕਾਲਜ, ਕੁਝ ਵੀ ਲਿਖ ਦੋ, ਉਹ ਉਵੇਂ ਜਿਵੇਂ ਹੀ ਸ਼ੋ ਹੋ ਜਾਊਗਾ ਸਕਰੀਨ ਦੇ ਉੱਪਰ। ਠੀਕ, ਤੇ ਇਹਨੂੰ ਆਪਾਂ ਰਨ ਕਰਕੇ ਦੇਖਾਂਗੇ ਤਾਂ ਐਵੇਂ ਜਿਵੇਂ ਹੀ ਸਕਰੀਨ ਦੇ ਉੱਪਰ ਸ਼ੋ ਹੋ ਜਾਊਗਾ। ਆਪਣੇ ਕੋਲ ਆਨਸਰ ਕੀ ਦਿਖ ਰਿਹਾ, ਦੇਸ਼ ਭਗਤ ਕਾਲਜ। ਤੇ ਬਾਕੀ ਚੀਜ਼ਾਂ ਨਾ ਸ਼ੋ ਹੋਣ ਪੁਰਾਣੀਆਂ, ਉਹਦੇ ਲਈ ਆਪਾਂ ਕਲੀਅਰ ਸਕਰੀਨ ਯੂਜ਼ ਕਰ ਸਕਦੇ ਹਾਂ, CLR SCR ਇੰਸਟਰਕਸ਼ਨ। ਉਹ ਆਪਾਂ ਲਾਸਟ ਟਾਈਮ ਕੀਤਾ ਹੀ ਸੀਗਾ, CLR SCR। ਤਾਂ ਇਹਦੇ ਨਾਲ ਆਪਣੇ ਕੋਲੇ ਪੁਰਾਣੀ ਜਿਹੜੀ ਚੀਜ਼ ਸੀਗੀ ਉਹ ਸ਼ੋ ਨਹੀਂ ਹੋਊਗੀ, ਦੇਸ਼ ਭਗਤ ਕਾਲਜ ਸ਼ੋ ਹੋ ਜਾਊਗਾ। ਠੀਕ ਹੈ, ਇਸੇ ਤਰੀਕੇ ਨਾਲ ਕੁਝ ਵੀ ਆਪਾਂ ਨੇ ਸ਼ੋ ਕਰਾਉਣਾ, ਕੁਝ ਮਰਜ਼ੀ ਲਿਖ ਦਿਓ ਇੱਥੇ, ABC ਕੁਝ ਵੀ ਲਿਖ ਦਿਓ, ਜਿੰਨਾ ਮਰਜ਼ੀ ਟਾਈਪ ਕਰ ਲਓ, ਉਹ ਸਾਰਾ ਐਜ਼ ਇਟ ਇਜ਼ ਸ਼ੋ ਹੋ ਜਾਊਗਾ ਆਪਣੀ ਸਕਰੀਨ ਦੇ ਉੱਪਰ। ਆਹ ਸ਼ੋ ਹੋ ਰਿਹਾ ਆਪਣੇ ਕੋਲੇ। ਠੀਕ ਹੈ, ਇਹ ਤਾਂ ਹੋ ਗਿਆ ਆਪਾਂ ਨੇ ਜੇ ਕੁਝ ਪ੍ਰਿੰਟ ਕਰਨਾ ਹੈ। ਅੱਛਾ, ਉਸ ਤੋਂ ਬਾਅਦ ਹੁੰਦੇ ਨੇ ਆਪਣੇ ਕੋਲੇ ਵੇਰੀਏਬਲਸ। ਵੇਰੀਏਬਲ ਕੀ ਚੀਜ਼ ਹੁੰਦੀ ਹੈ, ਮੈਮਰੀ ਦੇ ਵਿੱਚ ਆਪਾਂ ਨੇ ਕੁਝ ਵੀ ਸੇਵ ਕਰਕੇ ਰੱਖਣਾ ਹੈ ਤਾਂ ਉਸ ਦਾ ਕੋਈ ਨਾ ਕੋਈ ਆਪਾਂ ਨੂੰ ਨਾਮ ਦੇਣਾ ਪਊਗਾ। ਇੱਕ ਤਾਂ ਮੈਮਰੀ ਘੇਰਨੀ ਪਊਗੀ ਆਪਾਂ ਨੂੰ, ਯਾਨੀ ਕੰਪਿਊਟਰ ਨੂੰ ਆਪਾਂ ਦੱਸਾਂਗੇ, ਕੰਪਾਈਲਰ ਨੂੰ ਦੱਸਾਂਗੇ ਤੂੰ ਮੈਮਰੀ ਘੇਰ ਦੇ ਕੰਪਿਊਟਰ ਦੇ ਵਿੱਚ, ਰੈਮ ਦੇ ਵਿੱਚ। ਰੈਮ ਤਾਂ ਸਾਰਿਆਂ ਨੇ ਸੁਣੀ ਹੋਊਗੀ ਕੀ ਚੀਜ਼ ਹੁੰਦੀ ਹੈ। ਠੀਕ ਹੈ, ਪ੍ਰਾਇਮਰੀ ਮੈਮਰੀ ਜਿਹਨੂੰ ਕਹਿੰਦੇ ਆਪਾਂ। ਠੀਕ, ਰੈਮ ਦੇ ਵਿੱਚ ਕੁਝ ਮੈਮਰੀ ਘੇਰਦੇ 2 ਬਾਈਟ ਘੇਰਨੀ ਹੈ ਜਾਂ 4 ਬਾਈਟ ਘੇਰਨੀ ਹੈ, ਉਸ ਦੇ ਅਕੋਰਡਿੰਗ, ਜਾਂ 1 ਬਾਈਟ ਘੇਰਨੀ ਹੈ। ਠੀਕ ਹੈ, ਤਾਂ ਉਹ ਉਹਨੂੰ ਦੱਸਣਾ ਪਊਗਾ। ਤੇ ਦੂਜੀ ਗੱਲ ਕਿ ਉਹਦਾ ਨਾਮ ਵੀ ਰੱਖਣਾ ਪਊਗਾ ਆਪਾਂ ਨੂੰ ਮੈਮਰੀ ਦਾ, ਤਾਂ ਹੀ ਉਹ ਮੈਮਰੀ ਦੀ ਪਹਿਚਾਣ ਹੋਊਗੀ ਕਿ ਆਹ ਮੈਮਰੀ ਦੀ ਵੈਲਿਊ ਦੇ ਵਿੱਚ ਕੋਈ ਵੈਲਿਊ ਪਾਉਣੀ ਹੈ, ਲਿਖਣੀ ਹੈ, ਜਾਂ ਆਹ ਮੈਮਰੀ ਦੀ ਵੈਲਿਊ ਆਪਾਂ ਨੇ ਦੇਖਣੀ ਹੈ, ਇਸ ਤਰੀਕੇ ਨਾਲ। ਤਾਂ ਆਮ ਲੈਂਗੁਏਜ ਦੇ ਵਿੱਚ ਜੇ ਗੱਲ ਕਰੀਏ ਤਾਂ ਮੈਮਰੀ ਇੱਕ ਤਰ੍ਹਾਂ ਦਾ ਡੱਬਾ ਹੁੰਦੀ ਹੈ। ਠੀਕ ਹੈ, ਮੈਮਰੀ ਜਿਹੜੀ ਇੱਕ ਤਰ੍ਹਾਂ ਦਾ ਡੱਬਾ ਹੁੰਦੀ ਹੈ ਜਿਹਦੇ ਵਿੱਚ ਆਪਾਂ ਕੋਈ ਵੈਲਿਊ ਪਾ ਸਕਦੇ ਹਾਂ। ਠੀਕ ਹੈ, ਤੇ ਉਹਦੇ ਵਿੱਚੋਂ ਫਿਰ ਜੇ ਕੋਈ ਹੋਰ ਵੈਲਿਊ ਪਾਵਾਂਗੇ ਤਾਂ ਉਹ ਪਹਿਲਾਂ ਵਾਲੀ ਵੈਲਿਊ ਜਿਹੜੀ ਉਹ ਖਤਮ ਹੋ ਜੂਗੀ ਆਟੋਮੈਟਿਕਲੀ। ਜਿਵੇਂ ਆਪਾਂ ਇਹ ਕਹਿ ਦਈਏ ਕਿ ਪੇਜ ਦੇ ਉੱਪਰ ਆਪਾਂ ਨੇ ਕੋਈ ਵੈਲਿਊ ਲਿਖੀ 5, ਉਹ ਤੋਂ ਬਾਅਦ ਉਹਨੂੰ ਮਟੇਕ ਕੇ ਆਪਾਂ 4 ਲਿਖਦਾ, ਇਸ ਤਰੀਕੇ ਨਾਲ। ਠੀਕ ਹੈ, ਤਾਂ ਇਹ ਚੀਜ਼ ਹੁੰਦੀ ਹੈ। ਤਾਂ ਹੁਣ ਉਹ ਮੈਮਰੀ ਲੈਣੀ ਕਿਵੇਂ ਹੈ, ਤਾਂ ਇਹਦੇ ਵਿੱਚ ਆਪਾਂ ਨੂੰ ਪਹਿਲਾਂ ਉਹਦੀ ਡਾਟਾ ਟਾਈਪ ਲਿਖਣੀ ਪੈਂਦੀ ਹੈ ਮੈਮਰੀ ਦੀ। ਠੀਕ ਹੈ, ਡਾਟਾ ਟਾਈਪ ਯਾਨੀ ਕਿਸ ਤਰ੍ਹਾਂ ਦੀ ਵੈਲਿਊ ਮੈਮਰੀ ਦੇ ਵਿੱਚ ਆ ਸਕਦੀ ਹੈ। ਉਸ ਤੋਂ ਬਾਅਦ ਆਪਾਂ ਨੂੰ ਉਹਦਾ ਨਾਮ ਦੇਣਾ ਪਊਗਾ। ਡਾਟਾ ਟਾਈਪ ਕਿਹੜੀ ਕਿਹੜੀ ਹੋ ਸਕਦੀ ਹੈ, ਜਾਂ ਇੰਟ ਯਾਨੀ ਇੰਟੀਜਰ। ਇੰਟੀਜਰ ਮਤਲਬ ਨੰਬਰ ਨੇ, ਜਿਹੜੇ ਪੂਰੇ ਨੰਬਰ ਨੂੰ ਇੰਟੀਜਰ ਕਹਿੰਦੇ ਆਪਾਂ। ਜਿਵੇਂ 1 ਇੰਟੀਜਰ ਹੈ, 2 3 4 ਆਹ ਸਾਰੀਆਂ ਵੈਲਿਊਜ਼ ਨੇ। 0 ਜਾਂ ਮਾਈਨਸ ਦੀਆਂ ਵੈਲਿਊਜ਼ ਵੀ ਇਹ ਸਾਰੇ ਇੰਟੀਜਰਸ ਨੇ। ਠੀਕ ਹੈ, ਪਰ ਪੁਆਇੰਟ ਵਾਲੀ ਵੈਲਿਊਜ਼ ਇਹਦੇ ਵਿੱਚ ਇਨਕਲੂਡ ਨਹੀਂ ਹੁੰਦੀ, ਯਾਨੀ ਨੰਬਰਸ ਪੂਰੇ ਵਾਲੇ, ਉਹਨੂੰ ਇੰਟੀਜਰਸ ਕਹਿੰਦੇ ਆ। ਤਾਂ ਹੁਣ ਆਪਾਂ ਇਹਨੂੰ ਸੇਵ ਕਰਕੇ ਰੱਖਣਾ ਮੈਮਰੀ ਦੇ ਵਿੱਚ ਨੰਬਰਾਂ ਨੂੰ, ਤਾਂ ਆਪਾਂ ਨੂੰ ਉਹਦੀ ਡਾਟਾ ਟਾਈਪ ਕੀ ਲੈਣੀ ਪਊਗੀ, ਇੰਟ। ਇਸ ਤਰ੍ਹਾਂ ਆਪਾਂ ਲਿਖਣਾ ਪਊਗਾ ਇੰਟ ਸਪੇਸ ਇੰਟੀਜਰ ਦੀ ਸ਼ਾਰਟ ਫਾਰਮ ਹੀ ਲਿਖਣੀ ਪੈਂਦੀ ਹੈ, ਇਹਨੂੰ ਐਜ਼ ਇਟ ਇਜ਼ ਲਿਖਣਾ ਪਊ। ਜੇ ਇੰਟੀਜਰ ਲਿਖਾਂਗੇ ਤਾਂ ਕੰਪਾਈਲਰ ਇਹਨੂੰ ਸਮਝੂਗਾ ਨਹੀਂ,
ਕੰਪਾਈਲਰ ਜਿਹੜੀ ਸੀ ਲੈਂਗੁਏਜ ਦੇ ਵਿੱਚ, ਯਾਨੀ ਜੇ ਆਪਾਂ ਨੇ ਲਿਖਣਾ ਹੈ ਇੰਟੀਜਰ ਨੂੰ ਇੰਟ ਹੀ ਲਿਖਣਾ ਪਊਗਾ। ਇਹ ਪੱਕੀ ਗੱਲ ਹੈ। ਆਪਾਂ ਤਾਂ ਹੁੰਦਾ ਨਾ ਇਨਸਾਨ ਜਿਹੜੇ ਬੋਲਦੇ ਆਪਾਂ ਕਿਸੇ ਚੀਜ਼ ਨੂੰ ਜਿਵੇਂ ਥੋੜਾ ਜਿਹਾ ਚੇਂਜ ਕਰਕੇ ਵੀ ਬੋਲ ਦਈਏ ਤਾਂ ਦੂਜਾ ਬੰਦਾ ਆਪਣੇ ਆਪ ਸਮਝ ਲੈਂਦਾ। ਕੋਈ ਪੱਖਾ ਬੋਲਦਾ, ਕੋਈ ਪੰਖਾ ਬੋਲਦਾ, ਠੀਕ ਹੈ। ਤਾਂ ਕੋਈ ਮਤਲਬ ਕਿਸੇ ਵੀ ਚੀਜ਼ ਨੂੰ ਥੋੜਾ ਬਹੁਤ ਚੇਂਜ ਕਰਕੇ ਵੀ ਆਪਾਂ ਨੂੰ ਦੂਸਰੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਆਹ ਕਹਿਣਾ ਚਾਹੁੰਦਾ ਇਹ। ਪਰ ਇੱਥੇ ਕੰਪਾਈਲਰ ਹੈ ਜਿਹੜਾ ਇਹ ਸਟ੍ਰਿਕਟ ਹੋਊਗਾ। ਕੰਪਿਊਟਰ ਇਹੀ ਚੀਜ਼ ਹੈ ਕਿ ਇਹ ਥੋੜੀ ਜਿਹੀ ਵੀ ਗਲਤੀ ਨੂੰ ਬਰਦਾਸ਼ਤ ਨਹੀਂ ਕਰਦਾ। ਇਹ ਆਪਾਂ ਨੇ ਗੱਲ ਮੇਨ ਧਿਆਨ ਰੱਖਣੀ ਹੈ। ਤਾਂ ਇੰਟੀਜਰ ਨਹੀਂ ਲਿਖਾਂਗੇ ਆਪਾਂ, ਇੱਥੇ ਕੀ ਲਿਖਣਾ ਪਊਗਾ ਆਪਾਂ ਨੂੰ? ਇੰਟ ਹੀ ਲਿਖਣਾ ਪਊਗਾ, ਠੀਕ ਹੈ। ਤਾਂ ਇੰਟ ਸਪੇਸ ਵੀ ਪਾਉਣੀ ਹੀ ਪਊਗੀ। ਸਪੇਸ ਨਹੀਂ ਪਾਵਾਂਗੇ ਤਾਂ ਵੀ ਗਲਤ ਹੋ ਜਾਊਗਾ, ਤਾਂ ਵੀ ਇਹ ਕਹੂਗਾ ਮੈਨੂੰ ਇਹਦਾ ਮਤਲਬ ਨਹੀਂ ਪਤਾ। ਤਾਂ ਇੰਟ, ਉਹ ਤੋਂ ਬਾਅਦ ਸਪੇਸ, ਫਿਰ ਮੈਮਰੀ ਦਾ ਨਾਮ, ਜਿਹੜੀ ਵੀ ਮੈਮਰੀ ਦਾ ਆਪਾਂ ਨੇ ਨਾਮ ਰੱਖਣਾ ਜਿਹਦੇ ਵਿੱਚ ਆਪਾਂ ਨੇ ਕੋਈ ਵੈਲਿਊ ਪਾਵਾਂਗੇ, ਠੀਕ ਹੈ। ਇਹ ਆਪਾਂ ਨੇ ਇਹ ਨਹੀਂ ਦੇਖਣਾ ਵੀ ਪਿੱਛੇ ਕਿਵੇਂ ਕੰਮ ਕਰ ਰਿਹਾ ਹੈ। ਜਿਵੇਂ ਆਪਾਂ ਲਿਖਿਆ ਇੰਟ ਏ, ਠੀਕ। ਏ ਕੀ ਹੈ? ਮੈਮਰੀ ਦਾ ਇੱਕ ਡੱਬਾ ਬਣ ਗਿਆ, ਮੈਮਰੀ ਦਾ ਨਾਮ ਬਣ ਗਿਆ ਏ। ਮਤਲਬ ਜਦੋਂ ਆਪਾਂ ਨੂੰ ਕੰਪਾਈਲ ਕਰਾਂਗੇ ਜਾਂ ਰਨ ਕਰਾਂਗੇ ਉਦੋਂ ਮੈਮਰੀ ਦੇ ਵਿੱਚ, ਰੈਮ ਦੇ ਵਿੱਚ ਕੇ ਨਾਮ ਦੀ ਮੈਮਰੀ ਬਣ ਜਾਣੀ ਹੈ, ਜਗ੍ਹਾ ਘੇਰੀ ਜਾਊਗੀ। ਤਾਂ ਜਿਹਦਾ ਨਾਮ ਏ ਹੋਊਗਾ, ਜਿਹਦੇ ਚ ਕੀ ਪਾ ਸਕਾਂਗੇ ਆਪਾਂ? ਨੰਬਰ, ਠੀਕ ਹੈ। ਯਾਨੀ ਮੈਮਰੀ ਦੇ ਜਿਹੜੇ ਡੱਬੇ ਨੇ ਉਹਨਾਂ ਦੀਆਂ ਵੀ ਅਲੱਗ-ਅਲੱਗ ਡਾਟਾ ਟਾਈਪਸ ਹੋਣਗੀਆਂ। ਕਿਸੇ ਚ ਕੋਈ ਨੰਬਰ ਪਾ ਸਕਾਂਗੇ, ਕਿਸੇ ਚ ਪੁਆਇੰਟਾਂ ਵਾਲੇ ਨੰਬਰ ਪਾ ਸਕਾਂਗੇ, ਕਿਸੇ ਚ ABC ਕੋਈ ਸਿੰਬਲਸ ਜਾਂ ਫਿਰ, ਠੀਕ ਹੈ, ਇਸ ਤਰ੍ਹਾਂ ਦਾ ਕਰੈਕਟਰ ਇਹ ਪਾ ਸਕਾਂਗੇ ਆਪਾਂ, ਠੀਕ ਹੈ। ਉਹ ਆਪਾਂ ਬਾਅਦ ਵਿੱਚ ਦੇਖਾਂਗੇ, ਬਟ ਆਪਾਂ ਸਿੰਪਲ ਪਹਿਲਾਂ ਵੇਰੀਏਬਲ ਦੀ ਐਗਜ਼ਾਮਪਲ ਲੈਂਦੇ ਹਾਂ। ਜਿਵੇਂ ਏ ਕੀ ਹੋ ਗਿਆ? ਵੇਰੀਏਬਲ ਹੈ ਇੱਕ ਤਰ੍ਹਾਂ ਦਾ, ਜਾਂ ਮੈਮਰੀ ਦਾ ਡੱਬਾ ਇਹਨੂੰ ਕਹਿ ਸਕਦੇ ਹਾਂ, ਠੀਕ ਹੈ। ਤਾਂ ਹੁਣ ਅੱਛਾ, ਇਹ ਨਹੀਂ ਦੇਖਣਾ ਆਪਾਂ ਕਿ ਇਹ ਕਿੱਥੇ ਆ, ਮੈਮਰੀ ਦੇ ਕਿਹੜੇ ਐਡਰੈਸ ਤੇ, ਉਹ ਬਾਅਦ ਵਿੱਚ ਜਾ ਕੇ ਦੇਖਾਂਗੇ, ਸਮਝਾਂਗੇ। ਬਟ ਸਿਰਫ ਆਪਾਂ ਨੇ ਇੰਨਾ ਕੀ ਯਾਦ ਰੱਖਣਾ ਵੀ ਆਪਾਂ ਜਦੋਂ ਏ ਨਾਮ ਇੰਟ ਏ ਲਿਖਤਾ, ਆਹ ਚੀਜ਼ ਲਿਖਤੀ ਇੰਟ ਏ, ਤਾਂ ਇਹਦੇ ਨਾਲ ਕੀ ਹੋ ਜਾਊਗਾ? ਰੈਮ ਦੇ ਵਿੱਚ ਮੈਮਰੀ ਘਿਰ ਜੂਗੀ, ਠੀਕ ਹੈ, ਜਿਹਦਾ ਨਾਮ ਕੀ ਹੋਊਗਾ? ਏ ਹੋਊਗਾ। ਹੁਣ ਆਪਾਂ ਉਹ ਏ ਨਾਮ ਯੂਜ਼ ਕਰਕੇ, ਡੱਬੇ ਦਾ ਨਾਮ ਕੀ ਬਣ ਗਿਆ? ਏ, ਜਿਹਨੂੰ ਏ ਨਾਮ ਦੇ ਥਰੂ ਆਪਾਂ ਉਹ ਡੱਬੇ ਦੇ ਵਿੱਚ ਕੋਈ ਵੈਲਿਊ ਪਾ ਸਕਦੇ ਹਾਂ, ਉਹਦੇ ਵਿੱਚੋਂ ਦੇਖ ਸਕਦੇ ਹਾਂ ਵੈਲਿਊਜ਼, ਠੀਕ। ਹੁਣ ਆਪਾਂ ਇਹਦੇ ਚ ਵੈਲਿਊ ਪਾਉਣੀ ਹੈ। ਵੈਲਿਊ ਕਿਵੇਂ ਪਵਾ ਸਕਦੇ ਹਾਂ? ਜਾਂ ਤਾਂ ਅਗਲੀ ਲਾਈਨ, ਇੱਕ ਦੇਖੋ ਆਹ ਚੀਜ਼ ਧਿਆਨ ਚ ਰੱਖਣੀ ਹੈ, ਜਿਹੜਾ ਆਪਾਂ ਨੇ ਆਹ ਪਾਇਆ ਸੈਮੀਕੋਲਨ, ਹਾਈਲਾਈਟ ਕਰ ਦੇਣਾ ਮੈਂ, ਹਾਂ, ਇਹਨੂੰ ਕਹਿੰਦੇ ਆਪਾਂ ਸੈਮੀਕੋਲਨ। ਉੱਪਰ ਬਿੰਦੀ ਹੁੰਦੀ ਹੈ, ਨੀਚੇ ਕੌਮਾ ਉਹਦੇ, ਇਹਨੂੰ ਸੈਮੀਕੋਲਨ ਕਹਿੰਦੇ। ਇਹ ਹਰੇਕ ਲਾਈਨ ਤੋਂ ਬਾਅਦ, ਇੱਥੇ ਵੀ ਦੇਖੋ ਆਪਾਂ ਇੱਥੇ ਵੀ ਪਾਇਆ ਹੋਇਆ, ਆ ਵੀ ਦੇਖੋ, ਹਰੇਕ ਲਾਈਨ ਤੋਂ ਬਾਅਦ, ਆਲਮੋਸਟ ਹਰੇਕ ਇੰਸਟਰਕਸ਼ਨ ਤੋਂ ਬਾਅਦ ਇਹ ਪਾਉਣਾ। ਆ ਜਿਹੜੀਆਂ ਲਾਈਨਾਂ ਨੇ, ਇੱਕ ਇੱਕ ਲਾਈਨ, ਇਹਨੂੰ ਕੀ ਕਹਿੰਦੇ ਆਪਾਂ? ਇੰਸਟਰਕਸ਼ਨ, ਠੀਕ। ਇੰਸਟਰਕਸ਼ਨ ਕਿਉਂ ਕਹਿੰਦੇ? ਇੰਸਟਰਕਸ਼ਨ ਦਾ ਮਤਲਬ ਹੁੰਦਾ ਕੁਝ ਕਰਨ ਲਈ ਕਹਿਣਾ ਆਪਾਂ, ਕੁਝ, ਠੀਕ ਹੈ। ਕੋਈ ਆਪਾਂ ਨੇ ਉਹਨੂੰ ਕੁਝ ਵੀ ਕਮਾਂਡਸ ਹੋ ਗਈਆਂ ਇੱਕ ਤਰ੍ਹਾਂ ਦੀਆਂ, ਤਾਂ ਇਸ ਤਰ੍ਹਾਂ। ਤਾਂ ਆ ਪਹਿਲੀ ਇੰਸਟਰਕਸ਼ਨ ਦਿੱਤੀ, ਫਿਰ ਆ ਦੂਸਰੀ ਇੰਸਟਰਕਸ਼ਨ ਦਿੱਤੀ, ਅਲੱਗ-ਅਲੱਗ ਇੰਸਟਰਕਸ਼ਨ ਅਲੱਗ-ਅਲੱਗ ਕੰਮ ਕਰਨਗੀਆਂ, ਤਾਂ ਉਹ ਜੁੜ ਕੇ ਇੱਕ ਆਪਣਾ ਖਾਸ ਕੰਮ ਬਣ ਜਾਊਗਾ। ਯਾਨੀ ਜੋ ਵੀ ਕਰਵਾਉਣਾ ਚਾਹੁੰਦੇ ਆ ਉਹ ਹੋ ਜਾਊਗਾ। ਚਲੋ, ਆਪਾਂ ਹੁਣ ਇਹਦੇ ਵਿੱਚ ਦੇਖਣਾ ਕਿ ਏ ਦੇ ਵਿੱਚ ਵੈਲਿਊ ਕਿਵੇਂ ਪਵਾ ਸਕਦਾ। ਏ ਦੇ ਵਿੱਚ ਵੈਲਿਊ ਪਾਉਣ ਲਈ ਆਪਾਂ ਨੂੰ ਕੀ ਕਰਨਾ ਪਊਗਾ? ਪਹਿਲਾਂ ਕੀ ਲਿਖਾਂਗੇ? ਜਾਂ ਤਾਂ ਇਸ ਤਰ੍ਹਾਂ ਕਰ ਸਕਦੇ ਹਾਂ, a = 5, ਫਿਰ ਇਹ ਵੀ ਇੰਸਟਰਕਸ਼ਨ ਹੋਗੀ ਕਿ ਏ ਦੇ ਵਿੱਚ 5 ਪਾ ਦੇ, ਉਸ ਤੋਂ ਬਾਅਦ ਵੀ ਸੈਮੀਕੋਲਨ। ਤਾਂ ਹਰੇਕ ਇੰਸਟਰਕਸ਼ਨ ਤੋਂ ਬਾਅਦ ਆਪਾਂ ਨੇ ਸੈਮੀਕੋਲਨ ਪਾਉਣਾ ਹੀ ਪਾਉਣਾ। ਵਾਇਡ ਮੇਨ ਤੋਂ ਕਰਲੀ ਬ੍ਰੈਕਟ ਜਿੱਥੇ ਸਟਾਰਟ ਹੁੰਦੀ ਹੈ, ਕਰਲੀ ਬ੍ਰੈਕਟ ਸਟਾਰਟ ਹੁੰਦੀ ਹੈ, ਤੇ ਕਰਲੀ ਬ੍ਰੈਕਟ ਜਿੱਥੇ ਖਤਮ ਹੁੰਦੀ ਹੈ, ਇੱਥੇ ਤੱਕ ਆਪਾਂ ਨੇ ਜਿਹੜੀਆਂ ਵੀ ਇੰਸਟਰਕਸ਼ਨ ਲਿਖਣੀਆਂ ਨੇ, ਆਲਮੋਸਟ ਹਰੇਕ ਦੇ ਬਾਅਦ ਕੀ ਹੁੰਦਾ? ਸੈਮੀਕੋਲਨ ਪੈਂਦਾ। ਜਿੱਥੇ ਨਹੀਂ ਪੈਂਦਾ ਉਹ ਬਾਅਦ ਵਿੱਚ ਦੱਸਾਂਗੇ, ਤੁਹਾਨੂੰ ਕਲੀਅਰ ਹੋ ਜਾਊਗਾ। ਬਟ ਹਜੇ ਧਿਆਨ ਚ ਰੱਖਣਾ ਤੁਸੀਂ ਕਿ ਹਰੇਕ ਤੋਂ ਬਾਅਦ ਹੀ ਆਪਾਂ ਨੇ ਸੈਮੀਕੋਲਨ ਪੈਣਾ ਹੀ ਪੈਣਾ, ਠੀਕ। ਉਸ ਤੋਂ ਬਾਅਦ ਹਾਂਜੀ, ਇਸ ਤੋਂ ਬਾਅਦ ਆਪਾਂ ਨੇ ਦੇਖਣਾ ਹੈ, ਹਾਂ ਚਲੋ, ਇਹ ਤਾਂ ਹੁਣ ਹੋ ਗਿਆ ਏ ਨਾਮ ਦੀ ਮੈਮਰੀ ਦੇ ਵਿੱਚ ਵੈਲਿਊ ਚਲੀ ਗਈ ਕਿੰਨੀ? 5, ਠੀਕ ਹੈ। ਹੁਣ ਆਪਾਂ ਨੇ ਇਹੀ ਵੈਲਿਊ ਸ਼ੋ ਕਰਨੀ ਹੈ ਸਕਰੀਨ ਦੇ ਉੱਪਰ ਕਿ ਇਹਦੇ ਵਿੱਚ ਕਿੰਨੀ ਵੈਲਿਊ ਹੈ, ਠੀਕ। ਤਾਂ ਉਹ ਕਿਵੇਂ ਹੋਊਗੀ? ਆਪਾਂ printf ਯੂਜ਼ ਕਰ ਸਕਦੇ ਹਾਂ, ਆਹੀ ਕਮਾਂਡ printf। ਬਟ ਇਹ ਇਸ ਤਰੀਕੇ ਨਾਲ ਨਹੀਂ ਯੂਜ਼ ਕਰਾਂਗੇ ਕਿ ਆਪਾਂ ਡਬਲ ਕੋਟਸ ਦੇ ਵਿੱਚ, ਡਬਲ ਕੋਮੇ ਦੇ ਵਿੱਚ ਕੀ ਲਿਖ ਲਾਂਗੇ? ਏ। ਜੇ ਏ ਲਿਖ ਲਾਂਗੇ ਇਹ ਤਾਂ ਐਜ਼ ਇਟ ਇਜ਼ ਸ਼ੋ ਹੋ ਜਾਊਗਾ। ਆ ਦੇਖੋ, ਜਿਵੇਂ ਇੱਥੇ ਏ ਲਿਖਦਾ ਤਾਂ ਇਹਦਾ ਆਨਸਰ ਕੀ ਆਊਗਾ? ਸਿੰਪਲੀ ਰਨ ਕਰਕੇ ਦੇਖ ਲਓ ਕੀ ਆ ਜਾਊਗਾ ਇਹਦਾ ਆਨਸਰ? ਇਹੀ ਆ ਗਿਆ। ਆਪਾਂ ਨੂੰ ਇਹ ਨਹੀਂ ਮਤਲਬ ਆਪਾਂ ਤਾਂ ਏ ਦਾ ਮੈਮਰੀ ਦਾ ਨਾਮ ਹੈ ਨਾ, ਆਪਾਂ ਏ ਉੱਥੇ ਸ਼ੋ ਤਾਂ ਨਹੀਂ ਕਰਾਂਗੇ, ਆਪਾਂ ਉਹਦੀ ਵੈਲਿਊ ਦੇਖਣਾ ਚਾਹੁੰਦੇ ਹਾਂ। ਤਾਂ ਆਪਾਂ ਕੀ ਕਰਾਂਗੇ? ਇੱਥੇ ਕੀ ਲਿਖਾਂਗੇ? ਡਬਲ ਕੋਟਸ ਦੇ ਵਿੱਚ, ਡਬਲ ਕੋਮੇ ਦੇ ਵਿੱਚ, ਇਨਵਰਟਡ ਕੋਮੇ ਦੇ ਵਿੱਚ %d, ਉਹ ਤੋਂ ਬਾਅਦ ਡਬਲ ਕੋਟਸ ਖਤਮ ਹੁੰਦੇ ਨੇ, ਕੋਮਾ ਪਾ ਕੇ ਮੈਮਰੀ ਦਾ ਨਾਮ ਕੀ ਹੈ? ਏ। ਬਸ ਆਹ ਧਿਆਨ ਚ ਰੱਖਣੀ ਹੈ ਗੱਲ, ਠੀਕ ਹੈ। ਦੋ ਚੀਜ਼ਾਂ ਨੇ, ਇੱਕ ਤਾਂ ਆਪਾਂ printf ਦੇ ਨਾਲ ਕੀ ਕਰ ਸਕਦੇ ਹਾਂ?
ਜਾਂ ਤਾਂ ਮੈਮਰੀ ਦੀ ਕੋਈ ਵੈਲਿਊ ਦੇ ਸ਼ੋ ਕਰਾ ਸਕਦੇ ਹਾਂ ਸਕਰੀਨ ਦੇ ਉੱਪਰ, ਜਾਂ ਫਿਰ ਆਪਾਂ ਕੁਝ ਵੀ ਲਿਖਿਆ ਹੋਇਆ ਉਹ ਐਜ਼ ਇਟ ਇਜ਼ ਪ੍ਰਿੰਟ ਕਰਾਉਣਾ, ਉਹ ਕਰ ਸਕਦੇ ਹਾਂ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੋਊਗਾ ਹੁਣ ਐਜ਼ ਇਟ ਇਜ਼ ਪ੍ਰਿੰਟ, ਮਤਲਬ ਆਪਾਂ ਨੇ ਜਿੱਥੇ ਦੇਖੋ ਪਰਸੈਂਟ ਡੀ ਆ ਗਿਆ ਉਹਦੀ ਜਗ੍ਹਾ ਕੀ ਪ੍ਰਿੰਟ ਹੋ ਜਾਊਗਾ, ਏ ਦੀ ਵੈਲਿਊ, ਕੋਮਾ ਪਾ ਕੇ ਲਿਖਿਆ ਨਾ ਏ। ਠੀਕ ਹੈ, ਤਾਂ ਇਹਦਾ ਮਤਲਬ ਹੈ ਵੀ ਏ ਕਿਹੜੇ ਵੇਰੀਏਬਲ ਦੀ ਵੈਲਿਊ, ਪਰਸੈਂਟ ਡੀ ਦਾ ਮਤਲਬ ਇੰਟੀਜਰ ਵਾਸਤੇ, ਨੰਬਰ ਮਤਲਬ ਸ਼ੋ ਕਰਾਉਣ ਵਾਸਤੇ ਪਰਸੈਂਟ ਡੀ ਲਿਖਾਂਗੇ ਆਪਾਂ ਮੈਮਰੀ ਦੇ ਵਿੱਚ, ਕਿਹੜੀ ਮੈਮਰੀ ਦੀ ਵੈਲਿਊ ਦੇਖਣੀ ਹੈ, ਏ ਦੀ, ਤਾਂ ਕੋਮਾ ਪਾ ਕੇ ਲਿਖਤਾ, ਤਾਂ ਇਹ ਚੀਜ਼ ਹੈ। ਠੀਕ ਹੈ, ਤਾਂ ਹੁਣ ਆਪਾਂ ਰਨ ਕਰਕੇ ਦੇਖਾਂਗੇ ਕਿੰਨਾ ਆਨਸਰ ਆਉਣਾ ਚਾਹੀਦਾ, ਬਿਲਕੁਲ ਏ ਦੀ ਵੈਲਿਊ ਯਾਨੀ 5, ਦੇਖ ਰਹੇ ਹੋ ਤੁਸੀਂ। ਠੀਕ ਹੈ, ਇਸ ਤੋਂ ਬਾਅਦ ਅੱਛਾ, ਜੇ ਹੁਣ ਆਪਾਂ ਗੱਲ ਕਰੀਏ ਇੱਕ ਇੱਕ ਲਾਈਨ ਦੀ, ਤਾਂ ਕੀ ਹੋ ਰਿਹਾ ਪਹਿਲਾਂ ਇਹ ਸਮਝੋ, ਉਹ ਤੋਂ ਬਾਅਦ ਆਪਣੇ ਆਪ ਕਲੀਅਰ ਹੋ ਜਾਣਾ। ਜੋੜ ਕੇ ਤਾਂ ਤੁਸੀਂ ਜਿੰਨੀਆਂ ਮਰਜ਼ੀ ਚੀਜ਼ਾਂ ਜਿਹੋ ਜਿਹੇ ਮਰਜ਼ੀ ਪ੍ਰੋਗਰਾਮ ਬਣਾ ਸਕਦੇ ਹੋ, ਬਟ ਆਪਾਂ ਨੂੰ ਇੱਕ ਇੱਕ ਚੀਜ਼ ਦਾ ਬਸ ਮੀਨਿੰਗ ਜੇ ਥੋੜਾ ਥੋੜਾ ਪਤਾ ਲੱਗ ਗਿਆ, ਤਾਂ ਤੁਸੀਂ ਜੋੜ ਕੇ ਜਿਵੇਂ ਮਰਜ਼ੀ ਚੀਜ਼ਾਂ ਬਣਾ ਸਕਦੇ ਹੋ ਕੁਝ ਵੀ। ਠੀਕ ਹੈ, ਯਾਨੀ ਜਿਹੋ ਜਿਹੇ ਮਰਜ਼ੀ ਪ੍ਰੋਗਰਾਮ ਬਣਾ ਸਕਦੇ ਹੋ, ਜਿਹੋ ਜਿਹਾ ਮਰਜ਼ੀ ਕੰਪਿਊਟਰ ਤੋਂ ਕੰਮ ਲੈ ਸਕਦੇ ਹੋ। ਠੀਕ ਹੈ, ਤਾਂ ਇਹਦੇ ਵਿੱਚ ਜਿਵੇਂ ਪਹਿਲਾਂ ਇਹ ਆ ਗਿਆ ਆਪਣੇ ਕੋਲ ਇੰਟ ਏ, ਇਹਦਾ ਮੀਨਿੰਗ ਕੀ ਆ, ਆਪਾਂ ਕੰਪਿਊਟਰ ਨੂੰ ਕਹਿ ਰਹੇ ਹਾਂ ਜਾਂ ਕੰਪਾਈਲਰ ਦੇ ਥਰੂ ਕੰਪਿਊਟਰ ਨੂੰ ਕਹਿ ਰਹੇ ਹਾਂ ਕਿ ਏ ਨਾਮ ਦੀ ਮੈਮਰੀ ਤੂੰ ਰੈਮ ਦੇ ਵਿੱਚ ਘੇਰ ਲੈ। ਉਸ ਤੋਂ ਬਾਅਦ ਆ ਏ ਇਕੁਅਲ ਟੂ 5। ਅੱਛਾ, ਇੱਕ ਗੱਲ ਹੋਰ ਇੱਥੇ ਧਿਆਨ ਚ ਰੱਖਣ ਵਾਲੀ, ਆ ਜਿਹੜਾ ਇਕੁਅਲ ਟੂ ਸਾਈਨ ਹੈ ਇਹਨੂੰ ਇਕੁਅਲ ਟੂ ਨਹੀਂ ਕਹਿੰਦੇ ਸੀ ਲੈਂਗੁਏਜ ਦੇ ਵਿੱਚ, ਇਹਨੂੰ ਕੀ ਕਹਿੰਦੇ, ਅਸਾਈਨਮੈਂਟ ਆਪਰੇਟਰ। ਅਸਾਈਨ ਸਮਝਦੇ ਹੋ, ਕੁਛ ਦੇਣਾ, ਅਸਾਈਨ ਕਰਨਾ, ਕੁਛ ਕੰਮ ਸੌਂਪਣਾ ਜਾਂ ਦੇਣਾ, ਕੁਛ ਮੀਨਿੰਗ ਹੁੰਦਾ ਅਸਾਈਨ ਦਾ। ਤਾਂ ਇਹਦਾ ਮਤਲਬ ਏ ਨੂੰ ਅਸਾਈਨ ਕਰਦੇ ਵੈਲਿਊ ਕਿੰਨੀ, 5, ਯਾਨੀ ਰਾਈਟ ਵਾਲੀ ਵੈਲਿਊ ਲੈਫਟ ਵਾਲੇ ਵੇਰੀਏਬਲ ਦੇ ਵਿੱਚ ਅਸਾਈਨ ਹੋ ਜੂਗੀ। ਇਕੁਅਲ ਟੂ ਨਹੀਂ ਕਹਾਂਗੇ ਇਹਨੂੰ ਆਪਾਂ, ਅਸਾਈਨਮੈਂਟ ਆਪਰੇਟਰ ਕਹਾਂਗੇ ਇਹਨੂੰ। ਆਪਾਂ ਇਹ ਪੜ੍ਹ ਸਕਦੇ ਏ ਅਸਾਈਨ ਬੀ, ਏ ਅਸਾਈਨ 5। ਠੀਕ ਹੈ, ਇਹਦਾ ਮਤਲਬ 5 ਵੈਲਿਊ ਜਿਹੜੀ ਉਹ ਏ ਨੂੰ ਅਸਾਈਨ ਹੋ ਜੂਗੀ। ਠੀਕ, ਯਾਨੀ ਆਪਾਂ ਕੰਪਿਊਟਰ ਨੂੰ ਕਹਿ ਰਹੇ ਹਾਂ ਕਿ ਇਹਦੇ ਵਿੱਚ ਨੂੰ ਵੈਲਿਊ ਦੇ ਦੇ 5। ਠੀਕ, ਆ ਲਾਈਨ ਦੇਣਾ। ਉਹ ਤੋਂ ਬਾਅਦ ਫਿਰ ਅਗਲੀ ਲਾਈਨ ਚੱਲੂਗੀ। ਅਗਲੀ ਲਾਈਨ 'ਚ ਕੀ ਕੀਤਾ ਆਪਾਂ ਨੇ, ਸਕਰੀਨ ਨੂੰ ਕਲੀਅਰ ਕਰਤਾ, ਯਾਨੀ ਸਕਰੀਨ ਤੇ ਜੋ ਕੁਝ ਸੀਗਾ ਪਹਿਲਾਂ ਉਹ ਸਾਰਾ ਕਲੀਅਰ ਹੋ ਜਾਊਗਾ। ਉਸ ਤੋਂ ਬਾਅਦ printf%d a, ਯਾਨੀ ਕੀ ਕਰ ਰਹੇ ਆ ਆਪਾਂ, ਵੀ ਸ਼ੋ ਕਰਦੇ ਸਕਰੀਨ ਦੇ ਉੱਪਰ ਕਿਹਦੀ ਵੈਲਿਊ, ਏ ਦੀ ਵੈਲਿਊ। ਉਸ ਤੋਂ ਬਾਅਦ ਕੀ ਕਹਿ ਰਹੇ ਆ ਆਪਾਂ, ਉਹਨੂੰ getch ਆਪਾਂ ਯੂਜ਼ ਕਰਦੇ ਆ ਸਕਰੀਨ ਨੂੰ ਖੜਾਉਣ ਵਾਸਤੇ, ਯਾਨੀ ਜੇ ਆਪਾਂ getch ਨਹੀਂ ਲਿਖਾਂਗੇ ਤਾਂ ਆਪਣੇ ਕੋਲੇ ਸਕਰੀਨ ਆ ਕੇ ਚਲੀ ਜਾਊਗੀ ਆਊਟਪੁੱਟ ਵਾਲੀ, ਬਟ ਆਪਾਂ ਨੂੰ ਕੁਝ ਵੀ ਪਤਾ ਵੀ ਨਹੀਂ ਲੱਗਣਾ ਵੀ ਆ ਕੇ ਚਲੀ ਵੀ ਗਈ। ਤਾਂ getch ਨਾਲ ਕੀ ਹੁੰਦਾ, ਉਹ ਵੇਟ ਕਰਦਾ ਹੈ ਆਪਣਾ ਪ੍ਰੋਗਰਾਮ ਕਿ ਆਪਾਂ ਕੁਝ ਵੈਲਿਊ ਜਾਂ ਕੋਈ ਵੀ ਕੀ ਇੱਥੋਂ ਪ੍ਰੈਸ ਕਰੀਏ, ਉਸ ਤੋਂ ਬਾਅਦ ਫਿਰ ਚੱਲਦਾ। ਜਦ ਤੱਕ ਕੀ ਨਹੀਂ ਪ੍ਰੈਸ ਕਰਦੇ, ਜਦ ਤੱਕ ਉਹ ਪ੍ਰਿੰਟ ਹੋਇਆ ਜਿਹੜਾ ਸ਼ੋ ਹੁੰਦਾ ਰਹਿੰਦਾ। ਯਾਨੀ ਮੈਂ ਤੁਹਾਨੂੰ ਕਰਕੇ ਦਿਖਾਉਣਾ, getch ਨੂੰ ਜੇ ਆਪਾਂ ਖਤਮ ਕਰ ਦਈਏ, ਅੱਛਾ getch ਨੂੰ ਜ਼ਰੂਰੀ ਨਹੀਂ ਵੀ ਕੱਟਣ ਦੀ ਲੋੜ ਹੈ, ਕਿਸੇ ਵੀ ਲਾਈਨ ਨੂੰ ਜੇ ਤੁਸੀਂ ਕੱਟਣਾ ਨਹੀਂ ਚਾਹੁੰਦੇ ਬਟ ਇਹ ਚਾਹੁੰਦੇ ਹੋ ਕਿ ਉਹ ਪ੍ਰੋਗਰਾਮ ਦੇ ਵਿੱਚ ਨਾ ਚੱਲੇ, ਤਾਂ ਇਸ ਤਰ੍ਹਾਂ ਆਪਾਂ ਉਹਨੂੰ ਕਮੈਂਟਸ ਕਰ ਦਿੰਦੇ ਆ। ਡਬਲ ਲਾਈਨ ਨਾ ਜਿਹੜੀ ਫਾਰਵਰਡ ਸਲੈਸ਼ ਕਹਿੰਦੇ, ਜਿਹਨੂੰ ਆਪਾਂ ਆਹ ਦੋ ਸਲੈਸ਼ਾਂ ਪਾਈਆਂ ਨੇ, ਇਹਦੇ ਨਾਲ ਇਹਨੂੰ ਕੀ ਕਹਿੰਦੇ ਆਪਾਂ, ਹਾਂ ਇਹਨੂੰ ਕੀ ਕਹਿੰਦੇ ਆਪਾਂ, ਕਮੈਂਟਸ। ਠੀਕ ਹੈ, ਜਿਹੜੀ ਚੀਜ਼ਾਂ ਕਮੈਂਟਸ ਦੇ ਵਿੱਚ ਆਉਣਗੀਆਂ ਉਹ ਪ੍ਰੋਗਰਾਮ ਦੇ ਵਿੱਚ ਰਨ ਨਹੀਂ ਹੋਣੀਆਂ, ਯਾਨੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੈਗੀਆਂ ਇੱਕ ਤਰ੍ਹਾਂ। ਤਾਂ ਇਹਦਾ ਮਤਲਬ ਹੈ ਧੁੰਦਲੀਆਂ ਹੋ ਜਾਣਗੀਆਂ ਆਟੋਮੈਟਿਕਲੀ। ਠੀਕ ਹੈ, ਕੰਪਾਈਲਰ ਆਪਦੇ ਆਪ ਕਰ ਦੂਗਾ, ਆਹ ਵਾਲਾ ਐਡੀਟਰ ਨੀਲੀ ਸਕਰੀਨ ਵਾਲਾ। ਤਾਂ ਹੁਣ ਇਹ ਨਹੀਂ ਚੱਲੂਗਾ ਇਹਦੇ ਵਿੱਚ। ਠੀਕ, ਚਾਹੇ ਤੈਨੂੰ ਕੱਟ ਦੋ, ਬਟ ਕੱਟਾਂਗੇ ਫਿਰ ਲਿਖਣਾ ਪਊਗਾ। ਠੀਕ ਹੈ, ਤਾਂ ਕਰਕੇ ਆਪਾਂ ਇਹਨੂੰ ਕਮੈਂਟ ਹੀ ਕਰ ਰਹੇ ਹਾਂ, ਤਾਂ ਅਗਰ ਬਾਅਦ ਚ ਦੋ ਲਾਈਨਾਂ ਕੱਟ ਕੇ ਆਪਣੇ ਕੋਲ getch ਦੁਬਾਰਾ ਆ ਜਾਊਗਾ। ਤਾਂ ਰਨ ਕਰਾਂਗੇ ਇਹਨੂੰ, ਦੇਖੋ ਕੀ ਹੋਊਗਾ। ਆਊਟਪੁੱਟ ਆਈ ਹੈ ਬਟ ਉਹ ਆ ਕੇ ਚਲੀ ਗਈ, ਕਿਉਂਕਿ ਉਹ ਤੋਂ ਬਾਅਦ ਕੁਝ ਸੀਗਾ ਹੀ ਨਹੀਂ। ਆਹ ਕਮਾਂਡ ਨਾਲ ਕੀ ਹੋ ਰਿਹਾ ਸੀ, ਇੰਸਟਰਕਸ਼ਨ ਨਾਲ ਏ ਦੀ ਵੈਲਿਊ ਸ਼ੋ ਹੋ ਰਹੀ ਸੀ, ਉਸ ਤੋਂ ਬਾਅਦ ਨਾਲ ਦੀ ਨਾਲ ਪ੍ਰੋਗਰਾਮ ਖਤਮ ਹੋ ਗਿਆ। ਜਦੋਂ ਇਹ getch ਲਿਖ ਦਈਏ ਆਪਾਂ, ਤਾਂ ਉਹ ਸਕਰੀਨ ਖੜੂਗੀ, ਕਿਉਂਕਿ ਉਹ ਵੇਟ ਕਰ ਰਹੀ ਹੈ ਕੋਈ ਵੀ ਕੀ ਪ੍ਰੈਸ। ਅਸਲ 'ਚ ਇਹ ਕੀ ਹੈ, getch ਦਾ ਮਤਲਬ ਗੈਟ ਕਰੈਕਟਰ, ਯਾਨੀ ਕੁਝ ਵੀ ਆਪਾਂ ਇੱਥੋਂ ਇਨਪੁਟ ਦਈਏ ਉਹਦੇ ਲਈ ਵੇਟ ਕਰੂਗਾ ਕੰਪਿਊਟਰ ਜਿਹੜਾ। ਠੀਕ ਹੈ, ਤਾਂ ਰਨ ਕਰਕੇ ਦੇਖਾਂਗੇ। ਹੁਣ ਨੈਚੁਰਲੀ ਆਪਣੇ ਕੋਲੇ 5 ਆਊਗਾ। ਹੁਣ ਖੜੀ ਹੈ ਸਕਰੀਨ, ਫਿਰ ਮੈंने ਹੁਣ ਆਹ ਕੋਈ ਕੀ ਪ੍ਰੈਸ ਕੀਤੀ ਤਾਂ ਉਹ ਤੋਂ ਬਾਅਦ ਉਹ ਗਿਆ। ਠੀਕ ਹੈ, ਹਾਂਜੀ ਸਟੂਡੈਂਟਸ, ਆਪਾਂ ਨੇ ਲਾਸਟ ਟਾਈਮ ਕੀਤਾ ਸੀਗਾ ਕਿ
कोई वेरीएबल लैके यानी मैमरी लैके ਉਹਦੇ 'ਚ वैल्यू ਪਵਾਤੀ ਸੀ, ਜਿਵੇਂ a ਨਾਮ ਦੀ ਮੈਮਰੀ ਲਈ ਸੀ, ਉਹਦੇ 'ਚ ਆਪਾਂ ਨੇ ਵੈਲਿਊ ਪਵਾਤੀ ਸੀਗੀ 5 ਤੇ ਉਸ ਤੋਂ ਬਾਅਦ ਆਪਾਂ ਨੇ ਉਸ a ਨੂੰ ਪ੍ਰਿੰਟ ਕਰਾਇਆ ਸੀ, ਯਾਨੀ a ਦੀ ਵੈਲਿਊ ਸ਼ੋ ਕਰਵਾਈ ਸੀ। ਠੀਕ ਹੈ, ਤੇ ਅੱਛਾ ਹੁਣ ਆਪਾਂ ਅੱਜ ਗੱਲ ਕਰਨੀ ਹੈ ਕਿ ਵੈਲਿਊ ਆਪਾਂ ਕਿਸੇ ਵੀ ਮੈਮਰੀ ਦੇ ਡੱਬੇ ਦੇ ਵਿੱਚ ਕਿਵੇਂ ਪਵਾ ਸਕਦੇ ਹਾਂ। ਠੀਕ ਹੈ, ਤੇ ਚਲੋ ਉਸ ਤੋਂ ਪਹਿਲਾਂ ਆਪਾਂ ਇੱਕ ਕੰਮ ਹੋਰ ਕਰਦੇ ਹਾਂ ਕਿ ਆਪਾਂ ਇੱਕ ਮੈਮਰੀ ਦੀ ਬਜਾਏ 3 ਮੈਮਰੀਜ਼ ਲੈ ਕੇ ਉਹਦੇ ਵਿੱਚੋਂ 2 ਚ ਵੈਲਿਊਜ਼ ਪਾ ਦਾਂਗੇ, ਤੀਜੇ ਚ ਉਹਨਾਂ ਦਾ ਜੋੜ ਜਾਂ ਉਹਨਾਂ ਦੀ ਗੁਣਾ ਆਪਣੇ ਆਪ ਕੰਪਿਊਟਰ ਕੈਲਕੂਲੇਟ ਕਰਕੇ ਆਪਾਂ ਨੂੰ ਦੱਸੂ। ਠੀਕ ਹੈ, ਯਾਨੀ ਕੈਲਕੂਲੇਟਰ ਬਣਾਉਣ ਦੀ ਤਰਫ ਨੂੰ ਆਪਾਂ ਵੱਧ ਰਹੇ ਹਾਂ। ਠੀਕ, ਤਾਂ ਹੁਣ ਇੱਥੇ ਆਪਾਂ ਜਿਵੇਂ a ਲਿਆ ਸੀ, ਆਪਾਂ ਇਸੇ ਤਰੀਕੇ ਨਾਲ ਇੰਸਟਰਕਸ਼ਨ ਲਿਖ ਸਕਦੇ ਹਾਂ ਇੰਟ b। ਠੀਕ ਹੈ, ਅੱਛਾ ਇੱਕ ਗੱਲ ਹੋਰ ਹੈ ਇੱਥੇ ਕਿ ਆਪਾਂ ਇੱਕ ਇੰਸਟਰਕਸ਼ਨ ਲੈ ਰਹੇ ਹਾਂ, ਇੰਟ a ਲੈ ਲੈ, ਫਿਰ ਕੰਪਿਊਟਰ ਨੂੰ ਕਹਿ ਰਿਹਾ ਕਿ ਇੱਕ b ਲੈ ਲੈ ਜਿਹਦੇ ਚ ਇੰਟੀਜਰ ਵੈਲਿਊ ਪਾਈ ਜਾਊਗੀ, b ਨਾਮ ਦੀ ਮੈਮਰੀ ਹੋਗੀ। ਇਹਨਾਂ ਨੂੰ ਚਾਹੇ ਤਾਂ ਅਲੱਗ-ਅਲੱਗ ਲਿਖ ਦਿਓ, ਇੰਟ a b c ਅਲੱਗ-ਅਲੱਗ ਲਿਖ ਦਿਓ, ਅਲੱਗ-ਅਲੱਗ ਲਾਈਨ ਜਿਵੇਂ ਹੁਣ ਲਿਖਿਆ ਹੈ, ਜਾਂ ਫਿਰ ਇਹਨਾਂ ਨੂੰ ਇੱਕ ਹੀ ਲਾਈਨ ਦੇ ਵਿੱਚ ਲਿਖਿਆ ਜਾ ਸਕਦਾ ਹੈ a, b, c। ਇਹ ਵੀ ਵੈਲਿਡ ਹੈ। ਇਹਦਾ ਮਤਲਬ ਵੀ ਇਹੀ ਹੋਇਆ ਕਿ a, b ਤੇ c ਨਾਮ ਦੇ 3 ਡੱਬੇ ਲੈ ਲਵੇ ਮੈਮਰੀ ਦੇ ਵਿੱਚ ਕੰਪਿਊਟਰ, ਤੇ ਜਿਹਦੇ ਵਿੱਚ ਕਿਹੜੀਆਂ ਵੈਲਿਊਜ਼ ਪਾਈਆਂ ਜਾਣ, ਇੰਟੀਜਰ ਵਾਲੀਆਂ ਯਾਨੀ ਪੂਰੇ ਨੰਬਰ। ਉਸ ਤੋਂ ਬਾਅਦ ਆਪਾਂ ਨੇ a ਦੇ ਵਿੱਚ ਵੈਲਿਊ ਪਾਤੀ 5, ਫਿਰ ਅਗਲੀ ਲਾਈਨ ਦੇ ਵਿੱਚ ਆਪਾਂ ਨੂੰ ਲਿਖਣਾ ਪਊਗਾ b ਦੇ ਵਿੱਚ ਕੋਈ ਹੋਰ ਵੈਲਿਊ, ਮੰਨ ਲਓ 7 ਪਾਤੀ। ਉਸ ਤੋਂ ਬਾਅਦ ਆਪਾਂ c ਦੇ ਵਿੱਚ ਕੀ ਪਵਾਉਣਾ ਚਾਹੁੰਦੇ ਆ, ਮੰਨ ਲਓ c ਦੇ ਵਿੱਚ a ਤੇ b ਦਾ ਆਪਾਂ ਜੋੜ ਕਰਕੇ ਪਾਉਣਾ ਚਾਹੁੰਦੇ ਹਾਂ, ਤਾਂ ਆਪਾਂ ਆਪ ਕੈਲਕੂਲੇਟ ਨਹੀਂ ਕਰਾਂਗੇ, ਤੇ ਇਹੀ ਕੰਮ ਲੈਣਾ ਆਪਾਂ ਨੇ ਕੰਪਿਊਟਰ ਤੋਂ ਕਿ ਪ੍ਰੋਸੈਸਿੰਗ, ਜੋੜ ਘਟਾਓ, ਗੁਣਾ, ਤਕਸੀਮ ਜਾਂ ਹੋਰ ਕੋਈ ਕੈਲਕੂਲੇਸ਼ਨਾਂ ਜਾਂ ਹੋਰ ਕੋਈ ਦਿਮਾਗ ਲਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਇਨਸਾਨ ਕਰਦਾ ਹੈ, ਉਹ ਆਪ ਕੰਪਿਊਟਰ ਆਪਣੇ ਆਪ ਕਰਕੇ ਦੱਸਿਆ। ਠੀਕ ਹੈ, ਆਪਾਂ ਨੂੰ ਕੁਝ ਇਨਪੁਟ ਦਿਆ ਕਰਾਂਗੇ, ਜਿਵੇਂ ਇੱਥੇ ਇਨਪੁਟ ਕੀ ਦਿੱਤੀ ਹੈ 5 ਤੇ 7। ਹੁਣ ਆਪਾਂ ਇਹ ਤੋਂ ਆਨਸਰ ਚਾਹਾਂਗੇ ਕਿ ਕੰਪਿਊਟਰ ਆਪਦੇ ਆਪ ਕੈਲਕੂਲੇਟ ਕਰਕੇ ਦੱਸੇ ਇਹਨਾਂ ਦੀ ਗੁਣਾ ਜਾਂ ਇਹਨਾਂ ਦੀ ਤਕਸੀਮ ਜੋ ਵੀ ਹੈ। ਠੀਕ ਹੈ, ਤਾਂ ਆਪਾਂ ਗੁਣਾ ਕਰਕੇ ਦੇਖਦੇ ਹਾਂ। ਚਲੋ ਸਟਾਰਟਿੰਗ ਦੇ ਵਿੱਚ a ਗੁਣਾ b, ਇੱਥੇ ਆਪਾਂ ਇੰਸਟਰਕਸ਼ਨ ਕੀ ਦੇਤੀ ਕਿ c ਇਕੁਅਲ ਟੂ, ਆ ਤੁਹਾਨੂੰ ਦੱਸਿਆ ਸੀ ਕਿ ਇਕੁਅਲ ਟੂ ਦਾ ਮਤਲਬ ਆ ਜਿਹੜਾ ਇਕੁਅਲ ਟੂ ਸਾਈਨ ਹੈ ਇਹ ਅਸਲ ਦੇ ਵਿੱਚ ਅਸਾਈਨਮੈਂਟ ਆਪਰੇਟਰ ਹੈ ਕਿ c ਨੂੰ ਵੈਲਿਊ ਮਿਲ ਜਵੇ, ਕਿਹਦੀ, c ਦੇ ਵਿੱਚ ਕਿਹੜੀ ਵੈਲਿਊ ਪੈ ਜਵੇ। ਆ ਇਕੁਅਲ ਟੂ ਅਸਾਈਨਮੈਂਟ ਆਪਰੇਟਰ ਦਾ ਮਤਲਬ ਇਹ ਹੁੰਦਾ ਵੀ ਲੈਫਟ ਵਾਲੇ ਡੱਬੇ ਦੇ ਵਿੱਚ ਰਾਈਟ ਵਾਲੀ ਵੈਲਿਊ ਦਾ ਜੋ ਵੀ ਆਨਸਰ ਆਊਗਾ ਉਹ ਇਹਦੇ ਵਿੱਚ c ਦੇ ਵਿੱਚ, ਮਤਲਬ ਲੈਫਟ ਵਾਲੇ ਡੱਬੇ ਦੇ ਵਿੱਚ, ਮੈਮਰੀ ਡੱਬੇ 'ਚ ਪੈ ਜਾਵੇ। ਠੀਕ ਹੈ, ਹੁਣ ਇੱਥੇ ਆਨਸਰ ਜੋ ਵੀ ਆਊਗਾ ਗੁਣਾ ਕਰਕੇ ਉਹ c ਦੇ ਵਿੱਚ ਪੈ ਜਾਊਗਾ। ਉਸ ਤੋਂ ਬਾਅਦ ਆਪਾਂ ਕੀ ਦੇਖ ਲਾਂਗੇ, c ਨੂੰ ਸ਼ੋ ਕਰਾ ਲਾਂਗੇ। ਆ ਪ੍ਰਿੰਟਐਫ ਇਹੀ ਕਰ ਰਿਹਾ ਨਾ, ਕੀ ਕਰ ਰਿਹਾ ਇਹ ਸਕਰੀਨ ਦੇ ਉੱਪਰ ਸ਼ੋ ਕਰਾ ਰਿਹਾ ਕਿਹਦੀ ਵੈਲਿਊ, ਇੱਥੇ ਜੇ a ਲਿਖਿਆ ਸੀ a ਦੀ ਵੈਲਿਊ ਕਰਾਉਣੀ ਸੀ, ਜੇ b ਲਿਖਿਆ ਸੀ b ਦੀ, c ਲਿਖਿਆ ਤਾਂ c ਦੀ ਵੈਲਿਊ ਸ਼ੋ ਕਰਾਊਗਾ। ਤਾਂ ਆਪਾਂ ਨੇ ਹੁਣ ਆਪਾਂ ਨੂੰ ਨਹੀਂ ਪਤਾ ਵੀ ਕੈਲਕੂਲੇਟ ਕਰਕੇ ਕਿੰਨਾ ਆਊਗਾ, ਇਹਨਾਂ ਦੀ ਗੁਣਾ ਕਰਕੇ ਕਿੰਨੀ ਆਊਗੀ। ਚਲੋ ਇਹ ਤਾਂ ਆਸਾਨ ਜਿਹੀਆਂ ਵੈਲਿਊਜ਼ ਨੇ 5 ਤੇ 7, ਇਹ ਤਾਂ ਆਪਾਂ ਵੀ ਕੈਲਕੂਲੇਟ ਕਰ ਸਕਦੇ ਹਾਂ, ਬਟ ਜੇ ਵੱਡੀਆਂ ਹੋਣ ਵੈਲਿਊਜ਼ ਫਿਰ ਆਪਾਂ ਮਤਲਬ ਆਪ ਕਰਨ ਦੀ ਲੋੜ ਨਹੀਂ ਆਪਾਂ ਨੂੰ, ਆਪਾਂ ਨੇ ਕੰਪਿਊਟਰ ਤੋਂ ਹੀ ਕੰਮ ਲੈਣਾ। ਆ ਆਪਣੀ ਕੈਲਕੂਲੇਸ਼ਨ ਮੇਨ ਹੋ ਰਹੀ ਹੈ, ਜਿਹਦੇ ਨਾਲ ਕੀ ਹੋ ਰਿਹਾ, c ਮੈਮਰੀ ਦੇ ਵਿੱਚ a ਤੇ b ਮੈਮਰੀ ਦੇ ਵਿੱਚ ਜੋ ਵੈਲਿਊਜ਼ ਪਈਆਂ ਨੇ ਉਹਨਾਂ ਦੀ ਕੀ ਹੋ ਰਹੀ ਹੈ, ਗੁਣਾ ਹੋ ਕੇ c ਦੇ ਵਿੱਚ ਪੈ ਰਹੀ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਕਲੀਅਰ ਸਕਰੀਨ ਕਰਕੇ, ਕਲੀਅਰ ਸਕਰੀਨ ਦਾ ਆਪਾਂ ਨੂੰ ਪਤਾ ਕਿਉਂ ਕਰਦੇ ਹਾਂ ਕਿ ਪਿਛਲੀ ਜੇ ਆਊਟਪੁੱਟ ਕੋਈ ਆਈ ਹੋਈ ਹੈ ਸਕਰੀਨ ਦੇ ਉੱਪਰ, ਸਕਰੀਨ ਨੂੰ ਪੂਰਾ ਸਾਫ਼ ਕਰ ਦੇਵੇ ਆਪਣੀ ਨਵੀਂ ਆਊਟਪੁੱਟ ਵਾਸਤੇ। ਤੇ ਉਸ ਤੋਂ ਬਾਅਦ ਪ੍ਰਿੰਟਐਫ ਲਿਖਿਆ ਆਪਾਂ ਨੇ, ਇਹਦੇ ਨਾਲ ਆਪਾਂ c ਦੀ ਵੈਲਿਊ ਸ਼ੋ ਕਰਾ ਰਹੇ ਹਾਂ ਸਕਰੀਨ ਦੇ ਉੱਪਰ। ਠੀਕ ਹੈ, ਇਹਨੂੰ ਹੁਣ ਆਪਾਂ ਰਨ ਕਰਕੇ ਦੇਖਦੇ ਹਾਂ। ਤਾਂ ਰਨ ਕਰਾਂਗੇ, ਇੱਕ ਐਰਰ ਆ ਗਈ, ਐਰਰ ਕਿੱਥੇ ਆਈ ਹੋਊਗੀ, ਹਾਂ ਇੱਥੇ ਕੀ ਲਿਆ ਆਪਾਂ ਨੇ, ਅੱਛਾ ਇੱਥੇ ਕੋਈ ਗਲਤੀ ਹੋਈ ਹੈ, ਪ੍ਰਿੰਟਐਫ ਸ਼ੁੱਡ ਹੈਵ ਪ੍ਰੋਟੋਟਾਈਪ, ਅੱਛਾ ਸੌਰੀ, ਆਪਾਂ ਉੱਪਰ ਇਸ ਤੋਂ std, ਅੱਛਾ ਪਿਛਲਾ ਪ੍ਰੋਗਰਾਮ ਕੋਈ ਰਹਿ ਰਿਹਾ ਲਿਖਿਆ ਹੋਇਆ, ਇਹ ਕੱਟਣਾ ਪਊ ਆਪਾਂ ਨੂੰ ਸਾਰਾ। pony.h ਆਪਾਂ ਲੈਣੇ ਨਾ, ਇੱਕ ਲੈਣਾ ਆਪਾਂ ਨੇ ਇੱਥੇ stdio.h। ਹਾਂ ਹੁਣ ਰਨ ਕਰਕੇ ਦੇਖਦੇ ਆਪਾਂ ਕਿੰਨਾ ਹੈ 35। ਆਪਦੇ ਆਪ ਨੇ ਆਨਸਰ ਦੱਸਿਆ ਕੰਪਿਊਟਰ ਨੇ ਕੈਲਕੂਲੇਟ ਕਰਕੇ। ਆਪਾਂ ਨੇ ਬਸ ਕੁਝ ਵੈਲਿਊ, ਕੁਝ ਡੱਬੇ ਲਿਆ ਕਰਾਂਗੇ ਮੈਮਰੀ ਤੇ, ਉਹਦੇ ਵਿੱਚ ਕਿਸੇ ਕੋਈ ਆਨਸਰ ਵਾਲਾ ਡੱਬਾ ਲਿਆ ਕਰਾਂਗੇ, ਤਾਂ ਬਾਕੀਆਂ ਦਾ ਆਪਾਂ ਜੋ ਚਾਹੇ ਜੋ ਮਲਟੀਪਲਾਈ ਕਰੀਏ, ਡਿਵੀਜ਼ਨ ਕਰੀਏ, ਕੁਝ ਵੀ ਜੋੜ ਘਟਾਓ ਕਰਕੇ ਆਪਾਂ ਨੇ ਉਹਦੇ ਚ ਪਾ ਲੈਣਾ ਜਿੱਥੇ ਆਨਸਰ ਹੈ, ਤੇ ਆਨਸਰ ਨੂੰ ਆਪਾਂ ਨੇ ਆਨਸਰ ਵਾਲੇ ਡੱਬੇ ਨੂੰ ਦੀ ਵੈਲਿਊ ਨੂੰ
शो करा लेना स्क्रीन के उपर, जिहदे नाल आपां नूं आंसर दिख जा करना है। ठीक है, जे आपां अच्छा आउटपुट ना करिए की होगा आंसर, मान लो मैं आ लाइन कटती, यानी कट्टन की बजाय आप कर दें कमेंट। कल दसिया थोनों, मतलब पिछले लैक्चर पिछे अपने पहला दसिया ये बारे कि इनू आप कमेंट कर सकते हैं इस तरह डबल स्लैश लाउन नाल कि यह इस प्रोग्राम के गिनिया नहीं जाऊगा, यानी आ लाइन होवे ना होवे दा कोई मीनिंग नहीं है हुण इत्थे। एक तरह आ लाइन सारी प्रिंट एफ वाली कट्टी गई। ठीक, उस तो बाद रन करके देखते हैं आप की होगा आंसर। खाली स्क्रीन आनी चाहिए है। ठीक है, क्यों आ रही खाली स्क्रीन? क्यों कुछ भी शो नहीं करा रहे आप। ठीक है, सी च वैल्यू तो चली गई, आ लाइन लिखन नाल सी दे विच आंसर तो पै गया, बट सी दा आपां नूं पता किवें लगू वैल्यू कितनी है? वो तो रैम दे विच है, मैमरी दे विच है। वो देखण वास्ते आपां नूं आ वाली लाइन लिखनी पऊगी प्रिंट एफ %d सी कॉमा पा के सी, यानी सी दी वैल्यू देखनी। ठीक है, रन करांगे नेचुरली वो गुना जो भी है दसो। अच्छा हुण आपां देखो ये तो हो गया, आपां कहंदे शायद आसान है बड़ा कि 5 ते 7 की गुणा तो आप आम कर देंगे, बट जे मान लो वड्डियां वैल्यूज ने, फॉर एग्जांपल इत्थे लिखा है 512, ठीक, ते नीचे लिखा है 73। लो हुण गुणा करो, एकदम होनी नहीं अपने तो, बट कंप्यूटर बड़ी जल्दी कर दू रन करना प्रोग्राम। ठीक है, चलो यदि वैल्यू मैं बाद च दसूंगा रीजन कि क्यों आ माइनस वाली वैल्यू आ रही है। अब थोड़ियां छोटियां वैल्यूज ले लें, क्योंकि वड्डियां वैल्यूज की गुणा लई इहनूं मैमरी वध चाहिदी है। इंट की बजाय आपां नूं लॉन्ग या डबल इस तरह अपन वैल्यूज लेनी पैनी है। ठीक है, लॉन्ग इंट लेना पैंदा उहदे लई। चलो आप फिलहाल इन्नी डीप नहीं जाते, बस तुसीं वैल्यू छोटी लैके देख रहे थे। हाँ, कितनी आऊगी? 3723 की गुणा 51 ते 73 दी। ठीक है, यानी कैलकुलेटर जिवें काम करदा, ठीक है, वही बनाउण जा रहे हैं आपां। अच्छा हुण एक गल मेन इत्थे नोट करन वाली है, आ तां गल समझ आ गई सारिआं नूं? इत्थे एक गल मेन नोट करन वाली है कि आहो, अच्छा चलो एक मिनट, आपां इत्थे गुणा दी बजाय जे जोड़ करिए हो जूगा? बस इत्थे प्लस लिखना, सी दे विच, सी दे विच की हो रहा? ए ते बी दा प्लस होके जा रहा ते बाद विच सी नूं आपां प्रिंट करा रहे हैं। सेम चीज़ है। हुण 51 ते 73 दा सम दस दूगा कितना आ रहा हो? 124 सही है, जो कि नैचुरली ये कदे भी आंसर गलत नहीं दूगा कंप्यूटर। हाँ ये हो सकता अपना प्रोग्राम दे विच ही कोई गलती होवे। ठीक है, बट ये जे जोड़ है, दो वैल्यूज दित्ती हैं 51 ते 73, हमेशा जोड़ सही ही दसूगा कंप्यूटर। ठीक है, ते अच्छा हुण एक गल देखण वाली जिहड़ी मेन गल है तुहानूं ध्यान च रखनी है, मतलब पता होनी चाहिए है तुहानूं, वो की है? देखो जदों भी तुसीं इस तरह का कोई कैलकुलेटर, इस तरह का मतलब कोई प्रोग्राम बना के दोगे किसी नूं, यानी वो एक सॉफ्टवेयर मन्निया जाऊगा। ठीक है, एक सॉफ्टवेयर बन गया, तो तुसीं आ कोड नहीं दोगे, इहनूं की कहने आपां कोड या प्रोग्राम, आ प्रोग्राम नहीं दोगे, बट एदी आउटपुट वाली फाइल दिया करोगे। आउटपुट वाली फाइल किहड़ी है? अज तक देखी नहीं आपां ने। ਉਹ ਇੱਕ ਐਗਜ਼ੀਕਿਊਟੇਬਲ ਫਾਈਲ ਹੁੰਦੀ ਹੈ। ਮੈਂ ਤੁਹਾਨੂੰ ਦਿਖਾ ਦਿੰਨਾ ਕਿ ਕਿਹੜੇ ਫੋਲਡਰ ਦੇ ਵਿੱਚ ਉਹ ਫਾਈਲ ਪਈ ਹੋਊਗੀ। ਜਿਵੇਂ ਆਪਣੇ ਕੋਲੇ ਸੀ ਦੇ ਵਿੱਚ ਸੀ ਡਰਾਈਵ, ਮਾਈ ਕੰਪਿਊਟਰ ਦੀ ਸੀ ਡਰਾਈਵ ਦੇ ਵਿੱਚ ਦਿਸ ਪੀਸੀ ਜਾ ਕੇ ਵਿੰਡੋ 7 ਵਿੰਡੋ 10 ਦੇ ਵਿੱਚ ਦਿਸ ਪੀਸੀ ਹੁੰਦਾ, ਵਿੰਡੋ 10 ਦੇ ਵਿੱਚ ਦਿਸ ਪੀਸੀ, ਵਿੰਡੋ 7 ਦੇ ਵਿੱਚ ਕੰਪਿਊਟਰ, ਵਿੰਡੋ XP ਮਾਈ ਕੰਪਿਊਟਰ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ। ਇੱਥੇ ਆਪਣੇ ਕੋਲ ਟਰਬੋ C3 ਆਹ ਵਾਲਾ ਫੋਲਡਰ ਦੇ ਵਿੱਚ ਆ ਪਈ ਹੈ ਸੋਰਸ ਫਾਈਲਸ ਪਈ ਆ ਨੋ ਨੇਮ ਦੇ ਨਾਲ, no name.exe ਵਾਲੀ ਫਾਈਲ ਹੈ, ਜਿਹੜੀ ਵੀ ਆਪਾਂ ਰਨ ਕਰਾਂਗੇ ਤਾਂ ਆਪਣੇ ਕੋਲੇ ਇਹਦੀ ਸਿਰਫ ਆਊਟਪੁੱਟ ਸ਼ੋ ਹੋਊਗੀ। ਤੇ ਆਹ ਵਾਲੀ ਫਾਈਲ ਹੀ ਹੁੰਦੀ ਆ, ਆਹ ਆਪਣਾ ਸੌਫਟਵੇਅਰ ਬਣ ਗਿਆ, ਜਿੱਥੇ ਲਿਖਿਆ no name.exe, ਇਹ ਆਪਣਾ ਸੌਫਟਵੇਅਰ ਬਣ ਗਿਆ। ਆਪਾਂ ਸਿਰਫ ਆਹੀ ਵਾਲੀ ਫਾਈਲ ਉਧਰ ਭੇਜਣੀ ਹੁੰਦੀ ਹੈ, ਨਾ ਕਿ ਆਪਣੀ ਲਿਖਿਆ ਹੋਇਆ ਪ੍ਰੋਗਰਾਮ। ਉਹ ਪ੍ਰੋਗਰਾਮ ਉਹਨੂੰ ਦਿਖੂਗਾ ਵੀ ਨਹੀਂ, ਜਿਹੜਾ ਆਪਣਾ ਜਿਹਨੂੰ ਵੀ ਆਪਾਂ ਸੌਫਟਵੇਅਰ ਬਣਾ ਕੇ ਦੇਵਾਂਗੇ, ਜਿਹਨੂੰ ਵੀ ਬਣਾ ਕੇ ਦੇਵਾਂਗੇ ਆ ਸੌਫਟਵੇਅਰ, ਉਹਨੂੰ ਆਹ ਬਸ ਆਹ ਵਾਲੀ ਫਾਈਲ ਦੇ ਦਾਂਗੇ। ਉਹ ਪ੍ਰੋਗਰਾਮ ਨਹੀਂ ਇਹਦੇ ਵਿੱਚ ਲਿਖਿਆ ਹੈ। ਜੇ ਤੁਸੀਂ ਰਾਈਟ ਕਲਿੱਕ ਕਰਕੇ ਨੋਟਪੈਡ 'ਚ ਖੋਲ ਕੇ ਵੀ ਦੇਖੋਗੇ, ਅਜੀਬੋ ਗਰੀਬ ਕਰੈਕਟਰ ਆਉਣਗੇ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਹਦਾ ਮੀਨਿੰਗ ਕੀ ਹੈ। ਕਿਉਂਕਿ ਇਹ ਕੀ ਹੈ, ਬਾਈਨਰੀ ਕੋਡ ਬਣ ਗਿਆ ਇੱਕ ਤਰ੍ਹਾਂ ਦਾ। ਠੀਕ ਹੈ, ਐਗਜ਼ੀਕਿਊਟੇਬਲ ਫਾਈਲ ਬਣ ਗਈ ਜਿਹਨੂੰ ਵਿੰਡੋ ਰਨ ਕਰੂਗੀ, ਬਟ ਇਹਦੇ ਅੰਦਰ ਕੀ ਲਿਖਿਆ ਹੋਇਆ ਪ੍ਰੋਗਰਾਮ ਉਹ ਨਹੀਂ ਦਿਖੂਗਾ। ਯਾਨੀ ਜਿਹਨੂੰ ਆਹ ਫਾਈਲ ਦੇਵਾਂਗੇ ਉਹਨੂੰ ਪ੍ਰੋਗਰਾਮ ਨਹੀਂ ਦਿਖੂਗਾ, ਜਸਟ ਉਹਦੀ ਆउटपुट दिखा करूंगी।
ठीक हमेशा आप एवें ही करया करांगे। ठीक हुण हुण गल की है कि आपां ने प्रोग्राम दे विच तां की लिखिआ प्रोग्राम दे विच की लिखिआ कि ए ते बी नू वैल्यूज देतियां ए नू कितनी देती 51 बी नू देती 73 ਤਾਂ ਇਹਦੀ ਆਊਟਪੁੱਟ ਕੀ ਆ ਰਹੀ ਸੀਗੀ ਆਊਟਪੁੱਟ ਵਾਲੀ ਫਾਈਲ ਉਧਰੋਂ ਚਲਾ ਕੇ ਦੇਖਦੇ ਆਪਾਂ ਇਹ ਕਿੱਥੋਂ ਚੱਲੂਗੀ ਜਦੋਂ ਵੀ ਆਪਾਂ ਸੀ ਔਨ ਕਰਦੇ ਆ ਟਰਬੋ ਸੀ ਕੰਪਾਈਲਰ ਔਨ ਕਰਦੇ ਤਾਂ ਇਸ ਤਰ੍ਹਾਂ ਦੀ ਪਹਿਲਾਂ ਇੱਕ ਵਿੰਡੋ ਖੁੱਲਦੀ ਹੈ ਤੇ ਨਾਲ ਹੀ ਫਿਰ ਆਹ ਵਾਲੀ ਨੀਲੀ ਸਕਰੀਨ ਵਾਲੀ ਖੁੱਲਦੀ ਹੈ ਦੋਵੇਂ ਵਿੰਡੋਜ਼ ਇਕੱਠੀਆਂ ਖੁੱਲਦੀਆਂ ਨੇ ਉਹ ਤੋਂ ਬਾਅਦ ਇਹਦੇ ਵਿੱਚ ਦੇਖੋ ਓਪਨ ਪ੍ਰੀ ਕੰਪਾਈਲਡ exe ਫਾਈਲ यानी ਜਿਹੜੀ ਆਪਾਂ ਨੇ ਰਨ ਕੀਤੀਆਂ ਹੋਈਆਂ ਫਾਈਲਸ ਨੇ ਉਹ ਆਪਾਂ ਇੱਥੋਂ ਓਪਨ ਕਰ ਸਕਦੇ ਆ ਉਹੀ ਵਾਲੀ ਫਾਈਲ ਆ ਨੋ ਨੇਮ ਵਾਲੀ ਆ ਦੇਖੋ ਠੀਕ ਉਹੀ ਜਗ੍ਹਾ ਤੇ ਪਈ ਹੈ ਆਪਾਂ ਓਪਨ ਕਰਾਂਗੇ ਓਪਨ ਕੀਤੀ ਤਾਂ ਆਊਟਪੁੱਟ ਆਊਗੀ ਸਿਰਫ ਕੀ ਆਈ ਆਊਟਪੁੱਟ 124 ਗੱਲ ਸਮਝ ਰਹੇ ਹੋ ਮੇਰੀ ਕਿ ਆਪਣੇ ਕੋਲ ਹੁਣ ਪ੍ਰੋਗਰਾਮ ਚਾਹੇ ਕੱਟ ਦੀ ਆਪਾਂ ਲਿਖਿਆ ਹੋਇਆ ਆ ਪ੍ਰੋਗਰਾਮ ਨੂੰ ਚਾਹੇ ਆਪਾਂ ਜਿਹੜਾ ਪ੍ਰੋਗਰਾਮ ਆਪਣਾ ਪ੍ਰੋਗਰਾਮ ਲਿਖਿਆ ਹੈ ਇਹਨੂੰ ਚਾਹੇ ਕੱਟ ਦਈਏ ਇੱਥੋਂ ਤਾਂ ਵੀ ਉਹ ਫਾਈਲ ਆ ਵਾਲੀ ਫਾਈਲ noname.exe ਵਾਲੀ ਫਾਈਲ ਐਵੇਂ ਜਿਵੇਂ ਹੀ ਚੱਲੂ ਯਾਨੀ ਉਹਦੀ ਆਊਟਪੁੱਟ ਆਊ ਪਰ ਇੱਥੇ ਹੁਣ ਇੱਕ ਗੱਲ ਹੁੰਦੀ ਹੈ ਕਿ ਇੱਥੋਂ ਪਰ ਰਨ ਕਰ ਸਕਦੇ ਹਾਂ ਠੀਕ ਹੈ ਤਾਂ ਜਦੋਂ ਇਹਦੇ ਥਰੂ ਰਨ ਕਰਾਂਗੇ ਆ ਵਾਲੀ ਫਾਈਲ ਨੂੰ noname.exe ਵਾਲੀ ਫਾਈਲ ਨੂੰ ਤਾਂ ਆਪਣੇ ਕੋਲ ਸਿਰਫ ਕੀ ਆਊਗੀ ਆਊਟਪੁੱਟ ਆਊਗੀ ਦੁਬਾਰਾ ਆਪਾਂ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ noname.exe ਰਨ ਕੀਤਾ ਆਨਸਰ ਕਿੰਨਾ ਆ ਰਿਹਾ 124 ਜੇ 124 ਆਨਸਰ ਆ ਰਿਹਾ ਇਹਦਾ ਮਤਲਬ ਜਿੰਨੀ ਵਾਰ ਵੀ ਕਸਟਮਰ ਆਪਣਾ ਜਾਂ ਜਿਹਨੂੰ ਆਪਣੇ ਸੌਫਟਵੇਅਰ ਇਹ ਵਾਲਾ ਬਣਾ ਕੇ ਪ੍ਰੋਗਰਾਮ ਦਿੱਤਾ ਹੋਊਗਾ ਉਹਦੇ ਕੋਲ ਕੀ ਆਊਗਾ ਇਕੱਲਾ 124 ਆਇਆ ਕਰੂਗਾ ਇਹਦਾ ਮੀਨਿੰਗ ਬਣਦਾ ਕੋਈ ਉਹਨੇ ਫੇਰ ਦੁਬਾਰਾ ਖੋਲਾ ਫੇਰ 124 ਫੇਰ ਦੁਬਾਰਾ ਨਹੀਂ ਨਾ ਹਾਂ ਇਹਦਾ ਮਤਲਬ ਕੀ ਹੈ ਕਿ ਯੂਜ਼ਰ ਕੋਲੇ ਆ ਜਦੋਂ ਸਕਰੀਨ ਆਵੇ ਜਿਹਨੂੰ ਆਪਾਂ ਨੇ ਆ ਸੌਫਟਵੇਅਰ ਦਿੱਤਾ ਤਾਂ ਉਹ ਪਹਿਲਾਂ ਪਹਿਲੀ ਵੈਲਿਊ ਪੁੱਟ ਕਰਿਆ ਕਰੇ ਫਿਰ ਦੂਜੀ ਵੈਲਿਊ ਪੁੱਟ ਕਰਿਆ ਕਰੇ ਫਿਰ ਦੋਨਾਂ ਦਾ ਜੋੜ ਦੱਸਿਆ ਕਰੇ यानी यूजर रन टाइम ਦੇ ਉੱਪਰ ਜਦੋਂ ਪ੍ਰੋਗਰਾਮ ਰਨ ਕਰ ਰਿਹਾ ਚੱਲ ਰਿਹਾ ਇਸ ਟਾਈਮ ਪ੍ਰੋਗਰਾਮ ਹੁਣ ਸੌਫਟਵੇਅਰ ਚੱਲ ਰਿਹਾ ਉਸ ਟਾਈਮ ਤੇ ਉਹ ਆਪਣੀ ਇਨਪੁਟ ਦੇ ਸਕੇ ਤਾਂ ਉਸ ਟਾਈਮ ਤੇ ਇਨਪੁਟ ਲੈਣ ਲਈ ਆਪਾਂ ਅਲੱਗ ਤਰੀਕਾ ਵਰਤਾਂਗੇ ਸਮਝ ਆਈ ਗੱਲ ਕਿਵੇਂ ਜਿਵੇਂ ਇੱਥੇ ਆਪਾਂ ਇਨਪੁਟ ਲੈਣ ਲਈ ਕੀ ਤਰੀਕਾ ਵਰਤ ਰਹੇ ਆਪਾਂ ਸਿੱਧਾ ਹੀ ਇੱਥੇ ਕੀ ਲਿਖ ਰਹੇ ਆ ਸਿੱਧਾ ਹੀ ਇਹਦੇ ਵਿੱਚ ਵੈਲਿਊਜ਼ ਪਾਤੀਆਂ ਇੱਥੇ 51 ਇੱਥੇ 20 73 ਪਰ ਯੂਜ਼ਰ ਕੋਲੇ ਆ ਤਾਂ ਵੈਲਿਊਜ਼ ਆ ਕੋਡ ਤਾਂ ਹੈ ਹੀ ਨਹੀਂ ਯੂਜ਼ਰ ਕੋਲ ਤਾਂ ਆਊਟਪੁੱਟ ਵਾਲੀ ਸਕਰੀਨ ਹੈ ਤਾਂ ਉੱਥੋਂ ਇਨਪੁਟ ਕਿਵੇਂ ਦੇਣੀ ਹੈ ਉਹ ਦੇਖਦੇ ਹੁਣ ਆਪਾਂ ਇਹ ਤਾਂ ਅੱਜ ਤਾਂ ਇਨਪੁਟ ਦੇ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਆ ਵਾਲਾ ਪ੍ਰੋਗਰਾਮ ਹੀ ਨਹੀਂ ਹੈ ਠੀਕ ਹੈ ਤੇ ਇਹ ਪ੍ਰੋਗਰਾਮ ਕਦੇ ਵੀ ਨਹੀਂ ਦਿੰਦੇ ਹੁੰਦੇ ਆਪਾਂ ਠੀਕ ਓਕੇ ਉਹ ਨਹੀਂ ਦਿੰਦੇ ਆਪਾਂ ਬਾਅਦ ਚ ਗੱਲ ਕਰਾਂਗੇ ਬਟ ਯੂਜ਼ਰ ਕੋਲੇ ਆਪਾਂ ਦੇਖਣਾ ਵੀ ਆਊਟਪੁੱਟ ਵਾਲੀ ਬਲੈਕ ਸਕਰੀਨ ਹੀ ਹੋਇਆ ਕਰੂਗੀ ਉੱਥੋਂ ਇਨਪੁਟ ਕਿਵੇਂ ਦਿੱਤੀ ਜਾਊਗੀ ਉਹ ਦੇਖਣਾ ਹੁਣ ਆਪਾਂ ਨੇ ਠੀਕ ਹੈ ਉਹ ਕਿਵੇਂ ਦੇਖੋ ਹੁਣ ਆਪਾਂ ਉੱਥੋਂ ਇਨਪੁਟ ਕਿਵੇਂ ਲੈਣੀ ਹੈ ਆਪਾਂ ਇੱਥੇ ਲਿਖਿਆ ਕਰਾਂਗੇ scanf ਜਿਵੇਂ ਆਪਾਂ printf ਕਰਦੇ ਸੀ ਉਵੇਂ scanf ਦਾ ਸਿਸਟਮ ਹੋਇਆ ਕਰੂਗਾ scanf %d ਕਮਾ ਪਾ ਕੇ ਕਿਹਦੇ ਵਿੱਚ ਵੈਲਿਊ ਪਵਾਉਣੀ ਹੈ ਜਿਹੜੀ ਉਹ ਇਨਪੁਟ ਕਰੂਗਾ ਬਲੈਕ ਸਕਰੀਨ ਉੱਪਰੋਂ ਯੂਜ਼ਰ ਜਦੋਂ ਚਲਾਊਗਾ ਸੌਫਟਵੇਅਰ ਕਾਲੀ ਸਕਰੀਨ ਵਾਲੀ ਉਹਦੇ ਕੋਲ ਆਊਟਪੁੱਟ ਆਊਗੀ ਤਾਂ ਜਦੋਂ ਇਨਪੁੱਟ ਕਰੂਗਾ ਉਹ ਵੈਲਿਊ ਕੋਈ ਵੀ ਉੱਥੇ ਇਨਪੁੱਟ ਲਈ ਰੁਕੂਗੀ ਸਕਰੀਨ ਉਹਦੇ ਲਈ ਹੁਣ ਜੇ ਆਪਾਂ scanf ਲਿਖਾਂਗੇ scanf ਲਿਖਣ ਦਾ ਤਾਂ ਉੱਥੋਂ ਜਿਹੜੀ ਵੀ ਵੈਲਿਊ ਇਨਪੁੱਟ ਕਰੂਗਾ ਉਹ ਕਿਹਦੇ ਚ ਜਾਣੀ ਚਾਹੀਦੀ ਹੈ ਆਪਣੀ ਪਹਿਲੀ ਵੈਲਿਊ a ਦੇ ਵਿੱਚ ਤਾਂ ਕੋਮਾ ਪਾ ਕੇ a ਲਿਖ ਦੇਣਾ ਠੀਕ ਹੈ ਤਾਂ ਇੱਕ ਗੱਲ ਇੱਥੇ ਧਿਆਨ ਰੱਖਣੀ ਹੈ printf ਤੇ scanf ਦੇ ਵਿੱਚ ਇੱਕ ਫਰਕ ਹੈ ਇਹਦੇ ਵਿੱਚ ਜਿਹਦੇ ਚ ਵੈਲਿਊ ਪਾਉਣੀ ਉਹਦੇ ਮੇਰੇ ਐਂਡ ਲਿਖਣਾ ਪਊਗਾ ਯਾਨੀ ਐਡਰੈਸ ਆਪਰੇਟਰ ਕਹਿੰਦੇ ਆਪਾਂ ਐਂਡ ਠੀਕ ਹੈ ਇਸੇ ਤਰੀਕੇ ਨਾਲ ਦੂਸਰੀ ਵੈਲਿਊ ਪਾਊਗਾ ਤਾਂ ਉਹਦੇ ਲਈ ਵੀ ਆਪਾਂ ਨੂੰ scanf ਲਿਖਣਾ ਪਊਗਾ scanf %d ਕਮਾ ਪਾ ਕੇ ਐਡਰੈਸ ਆਫ b ਯਾਨੀ ਦੂਸਰੀ ਵੈਲਿਊ ਕਿਹਦੇ ਚਲੀ ਜਾਊਗੀ b ਦੇ ਵਿੱਚ ਠੀਕ ਹੈ ਉਹ ਤੋਂ ਬਾਅਦ ਫਿਰ ਇੱਥੇ ਆਪਾਂ ਨੂੰ ਆ ਕੱਟ ਦੇਣਾ ਕਿਉਂਕਿ ਆਪਣੇ ਕੋਲੇ ਹੁਣ ਯੂਜ਼ਰ ਬਲੈਕ ਸਕਰੀਨ ਤੋਂ ਆਪਾਂ ਨੂੰ ਆ ਵੈਲਿਊਜ਼ ਦੇ ਦੂਗਾ ਜਿਹੜੀਆਂ ਵੀ ਉਹਨੇ ਜਿਨ੍ਹਾਂ ਦਾ ਵੀ ਜੋੜ ਕਰਨਾ ਉਹ ਅਸਲੀ ਚੀਜ਼ ਬਣੂਗੀ ਇੱਥੇ ਤਾਂ ਹੁਣ ਆਪਾਂ ਇੱਕ ਵਾਰ 51 ਇੱਕ ਵਾਰ 72 ਪਾ ਕੇ 73 ਪਾ ਕੇ ਰੱਖਤਾ ਉਹ ਤੋਂ ਉਹੀ ਆਊਟਪੁੱਟ ਆਈ ਜਾਊ 124 ਉਹਦਾ ਕੋਈ ਮੀਨਿੰਗ ਨਹੀਂ ਨਾ ਰਿਹਾ ਤਾਂ ਆਪਣੇ ਕੋਲੇ ਆਪਾਂ ਕੀ ਚਾਹੁੰਦੇ ਆ ਵੀ ਯੂਜ਼ਰ ਬਲੈਕ ਸਕਰੀਨ ਜਦੋਂ ਚੱਲੇ ਉਹਦੇ ਕੋਲੇ ਸੌਫਟਵੇਅਰ ਚੱਲ ਰਿਹਾ ਉਦੋਂ ਇਨਪੁਟ ਦੇ ਸਕੇ ਤਾਂ ਉਹ ਉਦੋਂ ਆਪਾਂ ਉਹ ਤੋਂ ਕੈਚ ਕਰ ਸਕੇ ਇਨਪੁਟ ਤਾਂ ਆਪਾਂ ਨੂੰ ਪ੍ਰੋਗਰਾਮ ਚ ਆ ਲਿਖਣੀਆਂ ਪੈਣਗੀਆਂ ਲਾਈਨਾਂ scanf ਵਾਲੀਆਂ ਠੀਕ ਹੈ scanf ਪਹਿਲਾਂ a ਦੇ ਵਿੱਚ ਵੈਲਿਊ ਪਵਾ ਲਈ ਫਿਰ scanf ਕਰਕੇ b ਦੇ ਵਿੱਚ ਵੈਲਿਊ ਪਵਾ ਲਓ ਫਿਰ ਅੱਗੇ ਪ੍ਰੋਗਰਾਮ ਰਨ ਕਰੂਗਾ ਚੱਲੂਗਾ c ਦੇ ਵਿੱਚ ਕੀ ਕਰੂਗਾ ਉਹ a ਦੇ ਵਿੱਚ ਜੋ ਵੈਲਿਊ ਪਾਈ ਸੀ ਯੂਜ਼ਰ ਨੇ ਤੇ b ਦੇ ਵਿੱਚ ਜੋ ਵੈਲਿਊ ਪਾਈ ਸੀ ਉਹਨਾਂ ਦਾ
जोड़ हो जाऊगा ते नाल ही स्क्रीन क्लीयर कर दू यानी साफ कर दू स्क्रीन नू ते नाल ही आउटपुट शो कर दूगा किन्नी अपने सी दी वैल्यू। ठीक है, हुण इहनूं रन करके देखते हैं, हुण मजेदार गल बनूगी। हाँ ये की आ रहा 124 पहले क्यों आ रहा, क्योंकि हुण स्कैन एफ तो पहला क्लीयर स्क्रीन नहीं लाया अपने, स्कैन एफ करके आ खड़ा है तो पूछ रहा वैल्यू। चलो ਆਪਾਂ ਪਹਿਲਾਂ मैं वैसे ही चला के दिखाना ਇਹਨੂੰ। ठीक है, ਆਪਾਂ ਪਹਿਲਾਂ क्लियर स्क्रीन ਇੱਥੇ ਲਾ ਦੋ CLR स्कैन एफ तो पहला, ताकि स्कैन एफ ਚੱਲਣ ਤੋਂ ਪਹਿਲਾਂ ही स्क्रीन क्लीयर हो जाए, मतलब आ लाइन ਚੱਲਣ ਤੋਂ ਪਹਿਲਾਂ ही स्क्रीन अपनी क्लीयर। आ लाइन ਚੱਲਣ ਨਾਲ ਕੀ ਹੋ ਰਿਹਾ, स्क्रीन ब्लैक स्क्रीन खड़ूगी, कर्सर खड़ूगा इनपुट लैन वास्ते। इथों क्लियर स्क्रीन कट दो अपन नीचों। ठीक है, अच्छा हुण आपां दोबारा रन करके देखते हैं। हाँ हुण स्क्रीन क्यों खड़ी है, कर्सर क्यों खड़ा है, इनपुट लैन वास्ते। केड़ी इंस्ट्रक्शन करके खड़ा है, केड़ी इंस्ट्रक्शन दी है इहनूं आपां ने, स्कैन एफ वाली। तो आपां पहली वैल्यू लिखी 15, फिर एंटर मारना, फिर दूजी वैल्यू दवो। पहली वैल्यू जो एंटर मारी आपां ने भर के 15 भर के एंटर मारिया, तो उदों पहली वैल्यू 15 की चली गई ए दे विच। फिर आपां दूसरी वैल्यू किहदे च जाऊगी, एंटर मारांगे जो बी दे विच चली गई, नाल दी अगली लाइनां चलियां। की अगली लाइन सीगी कि प्रिंट एफ सॉरी सी इक्वल टू ए प्लस बी ते नाल ही प्रिंट एफ सी दी वैल्यू। तो किन्नी आई अपने कोले 41, जिहड़ा कि दोनों दा जोड़ है। सी दी वैल्यू सी दे विच इस टाइम मैमरी दे विच किन्नी वैल्यू आ गई 41। तां चीज चाहिदी है असली आपां नूं कि ब्लैक स्क्रीन तो ही वो यूजर है जिहड़ा वो इनपुट दे सके। तां हुण अपना जिहड़ा सॉफ्टवेयर बने है ਉਹਦੀ मैं ਤੁਹਾਨੂੰ दोबारा रन करके दिखा दिना। नो नेम वाली सी ना अपनी ओपन प्री कंपाइल्ड EXE फाइल इत्थों ओपन करनी है ते इत्थे नो नेम डॉट EXE ते क्लिक करांगे तो रन की होगा, आ स्क्रीन आ गई। हुण स्क्रीन की पूछ रही है अपने तो असल दे विच आपां नूं पता है कि पहली वैल्यू पूछ रही है, मतलब 298 पाता, फिर एंटर मारिया, फिर दूजी वैल्यू पाई 879 ते एंटर मारिया, दोनों दा जोड़ दसो। आ असली अपने कोले जोड़ करने वाला कैलकुलेटर बन। इस तरीके नाल गुणा करने वाला बना सकते हैं आपां, तकसीम करने वाला, ठीक है, डिवीजन करने वाला, मल्टीप्लाई करने वाला, डिवीजन करने वाला, प्लस माइनस जिहड़ा कुछ मर्जी करा लो। ठीक है, तो वो सारा इकट्ठा भी करा सकते हैं भी एक दब्बे ते गुना होवे या गुणा वाला बटन दब्बे ते गुना होवे, तो सारा कुछ आप कर सकते हैं। बस अज इन्ना ही, इस तो बाद आप नैक्सट लैक्चर दे विच पूरा कैलकुलेटर बना के देखांगे। बट पूरा कैलकुलेटर बनाने लई हजे आपां नूं कुछ चीज़ां होर सीखनियां पैणियां अगे, उस तो बाद करांगे। बट आ छोटी छोटी चीज़ां सीख के आपां फिर जोड़ के चीज़ां नूं वड्डियां चीज़ां बनावांगे। ठीक, थैंक यू अज लई इन्ना ही।